ਵਾਹਿਗੁਰੂ ਜੀ। ਆਇਆ ਤਾਂ ਕਾ ਸਫਲ ਹੈ, ਪਰ ਉਪਕਾਰੀ ਹੋਏ। ਦੁਖ ਸਹਾਇ ਸਿਰ ਆਪਣੇ, ਸੁਖਦਾਈ ਸਭ ਕੋਏ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਹੈ ਸੁਆਓ, ਜਨ ਕਾ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਕਲਗੀਧਰ ਪਾਤਸ਼ਾਹ ਜੀ ਤੋਂ ਵਰੋਸਾਈ ਹੋਈ ਟਕਸਾਲ ਦੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਔਰ ਇਸ ਟਕਸਾਲ ਦੇ 13ਵੇਂ ਮੁਖੀ ਜਥੇਦਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਯੂਕੇ ਦੀਆਂ ਸੰਗਤਾਂ ਇਕੱਤਰ ਹੋ ਕੇ ਮਨਾ ਰਹੇ ਹੋ। ਮੇਰੇ ਤੋਂ ਪਹਿਲਾਂ ਟਕਸਾਲ ਦੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਗੁਰਮਤਿ ਵਿਚਾਰਾਂ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਸਰਵਣ ਕੀਤਾ ਹੈ। ਜਿੱਥੇ ਇੱਕ ਕੱਲ੍ਹ ਆਪਾਂ ਕਥਾ ਸਮਾਪਤ ਕੀਤੀ ਸੀ, ਉੱਥੋਂ ਅੱਜ ਆਪਾਂ ਫਿਰ ਸ਼ੁਰੂ ਕਰ ਰਹੇ ਹਾਂ। ਕੱਲ੍ਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼, ਪਵਿੱਤਰ ਜੀਵਨ, ਜੋ ਪਵਿੱਤਰ ਹਸਤੀ ਹੈ, ਤੁਛ ਮਾਤਰ ਕਥਨ ਕਰਨ ਦਾ ਯਤਨ ਕੀਤਾ ਸੀ ਔਰ ਕੀਰਤਨ ਦੀ ਗੱਲ ਚੱਲੀ ਸੀ, ਸਿਮਰਨ ਦੀ ਗੱਲ ਚੱਲੀ ਸੀ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਦੇ ਨਾਲ ਜੋੜਨ ਦੇ ਵਾਸਤੇ ਘਰਾਂ ਘਰਾਂ ਦੇ ਅੰਦਰ ਜਾ ਕੇ ਦੇਸਾਂ ਪ੍ਰਦੇਸਾਂ ਵਿੱਚ ਵਿਚਰ ਕੇ ਟੁੱਟੀਆਂ ਹੋਈਆਂ ਸੁਰਤਾਂ ਨੂੰ ਸ਼ਬਦ ਦੇ ਨਾਲ ਜੋੜਿਆ। 9 ਪ੍ਰਕਾਰ ਦੀ ਭਗਤੀ ਮੰਨੀ ਗਈ ਹੈ। ਸਰਵਣ ਸਿਮਰਨ ਕੀਰਤਨ, ਪਾਦ ਸੇਵ ਅਰਚਾਨ, ਦਾਸ ਸਖਾਪਨ ਬੰਧਨਾ, ਸਰਬ ਨਿਵੇਦਨ ਜਾਨ। ਇਹ 9 ਪ੍ਰਕਾਰ ਦੀ ਭਗਤੀ ਹੈ। ਸਭ ਤੋਂ ਪਹਿਲਾਂ ਸਰਵਣ ਭਗਤੀ ਹੈ। ਜਿਹੜੇ ਬੰਦੇ ਨੇ ਕੁਝ ਸੁਣਿਆ ਨਹੀਂ, ਉਹ ਸੁਣਾ ਨਹੀਂ ਸਕੇਗਾ। ਪਹਿਲਾਂ ਸੁਣਨਾ ਪੈਂਦਾ ਹੈ, ਯਾਦ ਕਰਨਾ ਪੈਂਦਾ ਹੈ, ਸਿੱਖਣਾ ਪੈਂਦਾ ਹੈ, ਫਿਰ ਆਪਾਂ ਕਿਸੇ ਨੂੰ ਸੁਣਾ ਸਕਦੇ ਹਾਂ, ਗੁਰਮਤਿ ਦੀ ਗੱਲ ਕਹਿ ਸਕਦੇ ਹਾਂ। ਜੇ ਆਪ ਨਹੀਂ ਸੁਣੀ ਤਾਂ ਦੂਜੇ ਨੂੰ ਨਹੀਂ ਸੁਣਾ ਸਕਦੇ। ਪਹਿਲੀ ਭਗਤੀ ਸਰਵਣ ਹੀ ਹੈ, ਸੁਣਨਾ। ਗੁਰਬਾਣੀ ਦੇ ਅੰਦਰ ਵੀ ਜਿੰਨੀਆਂ ਪੰਕਤੀਆਂ ਆਈਆਂ ਨੇ, ਪਹਿਲਾਂ ਸੁਣਨ ਦੀ ਗੱਲ ਕਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੇਅੰਤ ਹੀ ਪ੍ਰਮਾਣ ਨੇ, ਜਿਨ੍ਹਾਂ ਅੰਦਰ ਬਾਣੀ ਸਰਵਣ ਕਰਨੀ, ਕੀਰਤਨ ਸਰਵਣ ਕਰਨ ਦੇ ਪ੍ਰਮਾਣ ਮਿਲਦੇ ਨੇ। ਕਿਉਂਕਿ ਦੁਨੀਆ ਦੇ ਅੰਦਰ 300 ਦੇ ਕਰੀਬ ਧਰਮ ਨੇ, ਵੱਖੋ ਵੱਖਰੀਆਂ ਭਾਸ਼ਾ ਨੇ, ਵੱਖੋ ਵੱਖਰੇ ਢੰਗ ਨੇ, ਵੱਖੋ ਵੱਖਰੇ ਬਾਣੇ ਨੇ, ਮਰਿਆਦਾ ਹੈ।
ਔਰ ਬੋਲੀਆਂ ਵੀ ਵੱਖੋ ਵੱਖਰੀਆਂ ਨੇ, ਪਰ ਸੁਣਦੇ ਸਾਰੇ ਉਸ ਪਰਮਾਤਮਾ ਨੂੰ ਹਨ। ਪਰਮਾਤਮਾ ਦਾ ਨਾਮ ਸੁਣਦੇ ਨੇ, ਕਿਉਂਕਿ ਪਰਮਾਤਮਾ ਦੇ ਨਾਮ ਸਰਵਣ ਕੀਤੇ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੁੰਦਾ। ਹਿਰਦਾ ਸ਼ੁੱਧ ਹੋਏ ਤੋਂ ਬਿਨਾਂ ਬੰਦਾ ਬੰਦਗੀ ਨਹੀਂ ਕਰ ਸਕਦਾ, ਪਰਮਾਤਮਾ ਨੂੰ ਪ੍ਰਾਪਤ ਨਹੀਂ ਹੋ ਸਕਦਾ। ਦੁਨੀਆ ਅੰਦਰ ਇੱਕ ਮਾਤ ਭਾਸ਼ਾ ਹੈ ਜੋ ਅਸੀਂ ਮਾਂ ਦੇ ਕੋਲੋਂ ਸਿੱਖਦੇ ਹਾਂ। ਸਿਆਣਿਆਂ ਦਾ ਕਥਨ ਹੈ ਕਿ ਜਿੰਨੀ ਬੱਚਾ 10 ਸਾਲਾਂ ਵਿੱਚ ਵਿਦਿਆ ਸਕੂਲ ਵਿੱਚ ਜਾ ਕੇ ਪ੍ਰਾਪਤ ਕਰਦਾ ਹੈ, ਮਾਂ 5 ਸਾਲਾਂ ਵਿੱਚ ਓਨੀ ਸ਼ਬਦਾਵਲੀ ਘਰ ਵਿੱਚ ਬੈਠਿਆਂ ਬੱਚੇ ਨੂੰ ਸਿਖਾ ਦਿੰਦੀ ਹੈ। ਹੁਣ ਤਾਂ ਸਕੂਲਾਂ ਵਿੱਚ ਬਹੁਤ ਛੋਟੀ ਉਮਰ ਦੇ ਬੱਚੇ ਪੈਂਦੇ ਨੇ, ਉਹਨਾਂ ਸਮਿਆਂ ਵਿੱਚ 6-6 ਸਾਲ ਦੇ 7 ਸਾਲ ਦੇ ਬੱਚੇ ਜਾ ਕੇ ਸਕੂਲ ਵਿੱਚ ਦਾਖਲ ਹੁੰਦੇ ਸੀ। ਇਸ ਵਿਸ਼ੇ ਵਿੱਚ ਨਾ ਜਾਵਾਂ, ਕਿਉਂਕਿ ਇਹ ਜਿੰਨੇ ਸੰਸਾਰਕ ਬਚਨ ਨੇ, ਜੋ ਸਿੱਖਿਆ ਹੈ ਮਾਂ ਨੇ ਸਿਖਾਇਆ ਹੈ। ਆਪਣੇ ਦਾਦਕਿਆਂ ਦੇ ਬਾਰੇ ਇਹ ਦਾਦੀ ਹੈ, ਦਾਦਾ ਹੈ, ਚਾਚਾ ਹੈ, ਚਾਚੀ ਹੈ, ਨਾਨਕਿਆਂ ਦਾ ਮਾਮਾ ਹੈ, ਮਾਮੀ ਹੈ, ਨਾਨੀ ਹੈ, ਗਿਣੀ ਜਾਓ ਮੁੱਕਦੇ ਹੀ ਨਹੀਂ। ਇਹ ਕੌਲੀ ਹੈ, ਛੰਨਾ ਹੈ, ਦਹੀਂ ਹੈ, ਸਬਜ਼ੀ ਹੈ, ਦਾਲ ਹੈ। ਕਿਹੜੇ ਸਕੂਲ 'ਚੋਂ ਪੜ੍ਹੇ ਆ? ਇਹ ਮਾਂ ਨੇ ਹੀ ਸਿਖਾਇਆ ਹੈ। ਫਰਜ਼ ਕਰੋ ਮਾਂ ਵੀ ਨਹੀਂ ਪੜ੍ਹੀ, ਬੱਚਾ ਵੀ ਨਹੀਂ ਪੜ੍ਹਿਆ, ਪਰ ਜਿੰਨੀ ਉਹਨੂੰ ਸ਼ਬਦਾਵਲੀ ਆਉਂਦੀ ਹੈ ਉਹ ਆਪਣੇ ਬੱਚੇ ਨੂੰ ਸਿਖਾਉਂਦੀ ਹੈ। ਬਾਹਰ ਦੇ ਮੁਲਕਾਂ ਵਿੱਚ ਇੱਕ ਧਾਰਨਾ ਹੈ। ਉਹ ਕੀ ਧਾਰਨਾ ਹੈ? ਅਸੀਂ ਇੰਡੀਆ ਦੇ ਲੋਕ ਕਹਿੰਦੇ ਆ ਜਿਹੜਾ ਬੰਦਾ ਗੂੰਗਾ ਹੋਵੇਗਾ ਉਹ ਬੋਲਾ ਹੋਵੇਗਾ। ਬਾਹਰ ਦੇ ਮੁਲਕਾਂ ਵਾਲੇ ਇਸ ਗੱਲ ਨੂੰ ਨਹੀਂ ਮੰਨਦੇ। ਉਹ ਕਹਿੰਦੇ ਨਹੀਂ, ਜਿਹੜਾ ਬੰਦਾ ਬੋਲਾ ਹੋਵੇਗਾ ਉਹ ਗੂੰਗਾ ਹੋਵੇਗਾ। ਪੁੱਛਿਆ ਕਿਉਂ? ਕਹਿਣ ਲੱਗੇ ਜਿਹੜੇ ਬੰਦੇ ਸੁਣਿਆ ਹੀ ਕੁਝ ਨਹੀਂ ਉਹ ਸੁਣਾਵੇਗਾ ਖਾਕ, ਉਹ ਗੂੰਗਾ ਹੀ ਹੈ, ਉਹ ਕੁਛ ਨਹੀਂ ਸੁਣਾ ਸਕਦਾ। ਤਦੇ ਕਹਿੰਦੇ ਨੇ ਕਿ ਇਹਨਾਂ ਕੰਨਾਂ ਦੁਆਰੇ ਨਾਮ ਸੁਣ, ਕਥਾ ਸੁਣ, ਕੀਰਤਨ ਸੁਣ ਔਰ ਹਿਰਦੇ ਦੇ ਅੰਦਰ ਟਿਕਾ, ਫਿਰ ਰਸਨਾ ਦੁਆਰੇ ਉਸ ਨਾਮ ਨੂੰ ਤੂੰ ਵਰਤਾਵੇਂਗਾ। ਇਹ ਕੜਛੀ ਜ਼ਬਾਨ ਵਰਤਾਵੇਗੀ। ਹੁਣ ਕਿਤੇ ਸਮਾਗਮ 'ਤੇ ਚਲੇ ਜਾਓ, ਕਿਸੇ ਬਰਤਨ ਵਿੱਚ ਦਾਲ ਪਈ ਹੈ ਤੇ ਕੜਛੀ ਪਨੀਰ ਨਹੀਂ ਵਰਤਾ ਸਕਦੀ। ਕੜਛੀ ਨੇ ਉਹ ਵਰਤਾਉਣਾ ਹੈ ਜੋ ਭਾਂਡੇ ਦੇ ਵਿੱਚ ਹੈ। ਹੁਣ ਜੇ ਗੰਦੇ ਗੀਤ ਸੁਣੇ ਨੇ, ਮਜ਼ਾਕ ਸੁਣੇ ਨੇ ਕੰਨਾਂ ਨਾਲ, ਤੇ ਜ਼ਬਾਨ ਕੜਛੀ ਸਤਨਾਮ ਵਾਹਿਗੁਰੂ ਕਦੀ ਨਹੀਂ ਕਹਿ ਸਕਦੀ, ਕਿਉਂਕਿ ਅੰਦਰ ਹੈ ਹੀ ਨਹੀਂ। ਸਤਨਾਮ ਉਹ ਹੀ ਜਪੇਗਾ, ਜਪਾਵੇਗਾ ਜਿਹਨੇ ਸਤਨਾਮ ਦਾ ਸਿਮਰਨ ਸੁਣਿਆ, ਜਿਹਦੇ ਅੰਦਰ ਇਹ ਸਤਨਾਮ ਦੀ ਆਵਾਜ਼ ਧੁਣੀ ਗਈ ਹੈ। ਤੇ ਜੇ ਗੀਤ ਸੁਣੇ ਆ ਫਿਰ ਗੀਤ ਗਾਵੇਗਾ, ਸਤਨਾਮ ਨਹੀਂ ਜਪੇਗਾ। ਤਦੇ ਕਹਿੰਦੇ ਤੂੰ ਕੰਨਾਂ ਰੂਪੀ ਡੂੰਘਿਆਂ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਪਾ, ਤੇਰੀ ਜ਼ਬਾਨ ਕੜਛੀ ਅੱਗੇ ਸਤਨਾਮ ਵਾਹਿਗੁਰੂ ਵਰਤਾ ਸਕੇਗੀ। ਇਹ ਯਤਨ ਕਰ ਕਿ ਮੈਂ ਪ੍ਰਭੂ ਦਾ ਸਿਮਰਨ ਹੀ ਸੁਣਨਾ ਹੈ, ਮੈਂ ਕੀਰਤਨ ਤੇ ਕਥਾ ਹੀ ਸੁਣਨਾ ਹੈ, ਦੁਨੀਆ ਦੀ ਗੱਲ ਮੈਂ ਨਹੀਂ ਸੁਣਨੀ। ਦੁਨੀਆ ਦੀ ਗੱਲ ਤੱਕ ਇੱਥੋਂ ਤੱਕ ਸੀਮਿਤ ਰਹਿਣਾ ਹੈ ਕਿ ਇਹ ਜੀਵਨ ਬਸਰ ਹੋ ਸਕੇ, ਚੱਲ ਸਕੇ। ਇਹ ਨਹੀਂ ਕਿ ਇਸ ਜੀਵਨ ਵਾਸਤੇ ਤੂੰ ਆਪਣੇ ਮੁੱਢ ਨੂੰ ਹੀ ਭੁੱਲ ਜਾਵੇਂ, ਪ੍ਰਮਾਤਮਾ ਨੂੰ ਹੀ ਭੁੱਲ ਜਾਵੇਂ। ਇਹ ਗੱਲ ਠੀਕ ਨਹੀਂ। ਮੈਂ ਸੁਣਿਆ ਕੋਈ ਫਕੀਰ ਨਗਰ ਵਿੱਚ ਮੰਗਣ ਵਾਸਤੇ ਚਲੇ ਗਿਆ, ਇੱਕੋ ਕਾਸਾ ਸੀ, ਔਰ ਜਿਹੜੇ ਘਰ ਜਾਂਦਾ ਹੈ ਉੱਥੇ ਜਾ ਕੇ ਕਹਿੰਦਾ ਹੈ, ਅਲੱਖ ਜਗਾਉਂਦਾ ਹੈ, ਮਾਈ ਟੁੱਕਰ ਪਾ। ਹੁਣ ਕਿਸੇ ਭੈਣ ਨੇ ਸਬਜ਼ੀ ਪਾ ਦਿੱਤੀ, ਕਿਸੇ ਦੁੱਧ ਪਾ ਦਿੱਤਾ, ਕਿਸੇ ਦਹੀਂ ਪਾ ਦਿੱਤਾ। ਤੁਸੀਂ ਹਿਸਾਬ ਲਾਓ, ਜਿਹੜੇ ਦੁੱਧ ਦੇ ਵਿੱਚ ਖੱਟਾ ਮਿਲ ਗਿਆ ਹੋਵੇਗਾ ਉਹ ਦੁੱਧ ਕਿਤਨਾ ਬਚ ਸਕੇਗਾ। ਸਿਆਣੇ ਕਹਿੰਦੇ ਦੁੱਧ ਖਰਾਬ ਕਰਨਾ ਹੋਵੇ, ਇੱਕ ਖੱਟੇ ਦੀ ਛਿੱਟ ਨਾਲ ਡਰਮਾਂ ਦੇ ਡਰਮ ਦੁੱਧ ਖਰਾਬ ਹੋ ਜਾਂਦਾ ਹੈ, ਬਚ ਨਹੀਂ ਸਕਦਾ। ਸਾਡੇ ਕੋਲ ਦੁੱਧ ਥੋੜ੍ਹਾ ਹੈ ਤੇ ਖੱਟਾ ਜ਼ਿਆਦਾ ਹੈ,
ਦੁੱਧ ਕੀ ਹੈ? ਸਿਮਰਨ ਕਰਨਾ, ਨਿਤਨੇਮ ਕਰਨਾ, ਕਥਾ ਕੀਰਤਨ ਵਿੱਚ ਹਾਜ਼ਰੀ ਭਰਨੀ। ਇਹ ਕੰਨਾਂ ਰਾਹੀਂ ਦੁੱਧ ਅੰਦਰ ਭੇਜਣਾ ਹੈ। ਹੁਣ ਦੁੱਧ ਜ਼ਿਆਦਾ ਹੋਵੇ ਤੇ ਖੱਟਾ ਥੋੜ੍ਹਾ ਹੀ ਦੁੱਧ ਨੂੰ ਖਰਾਬ ਕਰ ਦਿੰਦਾ ਹੈ, ਪਰ ਸਾਡੇ ਕੋਲ ਉਲਟ ਗੱਲ ਹੈ, ਸਾਡੇ ਕੋਲ ਦੁੱਧ ਘੱਟ ਹੈ ਤੇ ਖੱਟਾ ਜ਼ਿਆਦਾ ਹੈ। ਸਿਮਰਨ ਥੋੜ੍ਹਾ ਹੈ, ਕਥਾ ਕੀਰਤਨ ਸਰਵਣ ਕਰਨਾ ਇਹ ਸਾਡੇ ਕੋਲ ਥੋੜ੍ਹਾ ਹੈ, ਤੇ ਪੰਡਾਲ ਤੋਂ ਬਾਹਰ ਜਾਂਦਿਆਂ ਹੀ ਕੰਨਾਂ ਵਿੱਚ ਖੱਟਾ ਪੈਣਾ ਸ਼ੁਰੂ ਹੋ ਜਾਂਦਾ। ਫਲਾਣੇ ਨੇ ਆਹ ਆਖਿਆ, ਫਲਾਣੇ ਨੇ ਆਹ ਕਰ ਦਿੱਤਾ, ਇੰਜ ਨਹੀਂ ਸੀ ਕਰਨਾ ਚਾਹੀਦਾ, ਇਹ ਖੱਟਾ ਹੈ। ਉਸ ਸਿਮਰਨ, ਉਸ ਕਥਾ ਕੀਰਤਨ ਦਾ ਕੀ ਭਾਵ ਰਹਿ ਜਾਵੇਗਾ ਜਿੱਥੇ ਐਸੀ ਵਿਚਾਰ ਅੰਦਰ ਚਲੀ ਜਾਵੇ, ਉੱਥੇ ਕਥਾ ਤੇ ਕੀਰਤਨ ਤੇ ਸਿਮਰਨ ਦਾ ਅਸਰ ਕਦੀ ਨਹੀਂ ਹੋ ਸਕੇਗਾ, ਕਦੀ ਵੀ ਨਹੀਂ ਹੋ ਸਕੇਗਾ। ਪਿੰਡਾਂ ਵਿੱਚ ਆਮ ਆਪਾਂ ਵੇਖਿਆ ਲੜਾਈਆਂ ਹੁੰਦੀਆਂ ਨੇ ਕਿ ਫਲਾਣੀ ਭੈਣ ਨੇ ਕੂੜਾ ਉਂਝਿਆ ਤੇ ਮੇਰੇ ਦਰਵਾਜ਼ੇ ਅੱਗੇ ਕਰ ਦਿੱਤਾ। ਕਿਉਂ? ਕੋਈ ਆਪਣੀ ਗੰਦਗੀ ਹੂੰਝ ਕੇ ਸਾਡੇ ਦਰਵਾਜ਼ੇ ਅੱਗੇ ਕਰੇ? ਨਹੀਂ ਹੋਣੀ ਚਾਹੀਦੀ। ਬਿਲਕੁਲ ਠੀਕ ਹੈ। ਇੱਥੋਂ ਤੱਕ ਵੀ ਮੈਂ ਸੁਣਿਆ ਹੈ ਕਿ ਗੋਲੀ ਚੱਲ ਗਈ ਤੇ ਕਤਲ ਹੋ ਗਏ ਵੀ ਨੇ ਰੂੜੀ ਸਾਡੇ ਬੂਹੇ ਅੱਗੇ ਲਾ ਦਿੱਤੀ ਹੈ। ਪਰ ਹੈਰਾਨਗੀ ਹੁੰਦੀ ਹੈ ਕਿ ਬਾਹਰ ਦੀ ਗੰਦਗੀ ਨਾਲ ਅਸੀਂ ਸਹਿਮਤ ਨਹੀਂ, ਹੋਣਾ ਵੀ ਨਹੀਂ ਚਾਹੀਦਾ, ਸਫਾਈ ਚਾਹੀਦੀ ਹੈ। ਪਰ ਬਾਹਰ ਦੀ ਰੂੜੀ ਤਾਂ ਗੋਲੀ ਨਾ ਚਲਾਉਂਦੇ ਤੇ 4 ਨਹੀਂ 6 ਨਹੀਂ 10 ਟਰਾਲੀਆਂ ਸੀ ਚੁੱਕੀਆਂ ਜਾਣੀਆਂ ਸੀ। ਪਰ ਜਿਹੜਾ ਤੇਰੇ ਅੰਦਰ ਕੂੜਾ ਚਲੇ ਗਿਆ ਨਾ, ਰੋਜ਼ ਘੱਲਦਾ ਹੈ, ਇਹ ਕਈ ਜਨਮ ਸਾਫ਼ ਨਹੀਂ ਹੋਣਾ। ਬਾਹਰ ਦੀ ਗੰਦਗੀ ਸਾਫ਼ ਕਰਨੀ ਔਖੀ ਨਹੀਂ, ਕਠਿਨ ਹੈ, ਪਰ ਹੋ ਸਕਦੀ ਹੈ। ਅੰਦਰ ਦੀ ਗੰਦਗੀ ਜਿਹੜੀ, ਇਹਦੇ ਨਾਲ ਤੂੰ ਕਿਸ ਤਰ੍ਹਾਂ ਸਹਿਮਤ ਹੋ ਗਏ ਹੋ ਕਿ ਜਿਹੜਾ ਆਵੇ ਨਿੰਦਿਆ ਮੇਰੇ ਕੰਨ ਵਿੱਚ ਪਾ ਜਾਵੇ, ਚੁਗਲੀ ਕਰ ਜਾਵੇ, ਅਸਤ ਵਿਅਸਤ ਬੋਲ ਜਾਵੇ, ਤੂੰ ਬੜਾ ਪਿਆਰ ਦੇ ਨਾਲ ਉਸ ਗੱਲ ਨੂੰ ਸੁਣਦਾ ਹੈ। ਇਹ ਕਈ ਜਨਮ ਗੰਦਗੀ ਅੰਦਰੋਂ ਨਹੀਂ ਨਿਕਲਣੀ, ਕਦੀ ਨਹੀਂ ਨਿਕਲੇਗੀ। ਸਿਆਣੇ ਕਹਿੰਦੇ ਬੰਦਾ ਜੋ ਪ੍ਰਸ਼ਾਦਾ ਛਕਦਾ ਹੈ ਉਹ ਅੰਦਰ ਖੂਨ ਬਣਦਾ ਹੈ, ਖੂਨ ਤੋਂ ਸੰਸਕਾਰ ਬਣਦੇ ਨੇ ਜਿਹੜੇ ਜਨਮ ਜਨਮ ਬੰਦੇ ਦਾ ਪਿੱਛਾ ਨਹੀਂ ਛੱਡਦੇ। ਕਈ ਬੰਦੇ ਐਸੇ ਨੇ, ਉਹਨਾਂ ਝੋਟੇ ਨੂੰ ਝੋਟਾ ਨਹੀਂ ਮਾਰਦਾ ਜਿੰਨਾ ਬੰਦੇ ਨੂੰ ਬੰਦਾ ਮਾਰਦਾ। ਆਕਾਰ ਨਹੀਂ, ਈਰਖਾ ਕਰੀ ਜਾਣੀ। ਉਨੀ ਸੱਪ ਵਿੱਚ ਜ਼ਹਿਰ ਨਹੀਂ ਜਿੰਨੀ ਬੰਦਿਆਂ ਵਿੱਚ ਜ਼ਹਿਰ ਹੈ, ਕਿਉਂਕਿ ਉਹਨਾਂ ਦੇ ਸੰਸਕਾਰ ਪੱਕੇ ਨੇ, ਜਿਸ ਜੂਨ ਵਿੱਚੋਂ ਆਏ ਨੇ। ਸੰਸਕਾਰ ਜਨਮ ਜਨਮ ਪਿੱਛਾ ਨਹੀਂ ਛੱਡਦੇ। ਪੁਰਾਣੀਆਂ ਬੀਬੀਆਂ ਮਾਈਆਂ ਕਹਿੰਦੀਆਂ ਹੁੰਦੀਆਂ ਸੀ, ਬੱਚਾ ਝੂਠ ਨਾ ਬੋਲ, ਤੈਨੂੰ ਪਾਪ ਲੱਗੇਗਾ। ਅੱਜ ਦੀ ਸ਼ਾਇਦ ਮਾਂ ਨੂੰ ਪਤਾ ਹੈ ਕਿ ਨਹੀਂ। ਉਹਦਾ ਮਤਲਬ ਕੀ ਸੀ? ਉਹਦਾ ਮਤਲਬ ਸੀ ਇਹਨੇ ਅੱਜ ਝੂਠ ਬੋਲਿਆ, ਇਹਦਾ ਸੁਭਾਅ ਨਹੀਂ, ਪਰ ਜੇ ਮੈਂ ਨਾ ਰੋਕਿਆ ਕੱਲ੍ਹ ਵੀ ਬੋਲੇਗਾ, ਇਹ ਪਰਸੋਂ ਵੀ ਬੋਲੇਗਾ, ਇਹਦਾ ਸੁਭਾਅ ਬਣੇਗਾ। ਸੁਭਾਅ ਤੋਂ ਸੰਸਕਾਰ ਪੱਕੇਗਾ ਜਿਹੜਾ ਜਨਮ ਜਨਮ ਪਿੱਛਾ ਨਹੀਂ ਛੱਡੇਗਾ। ਤਾਂ ਮਾਂ ਨੇ ਆਖਿਆ, ਬੇਟਾ ਝੂਠ ਨਹੀਂ ਬੋਲੀਦਾ, ਪਾਪ ਲੱਗਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫਿਰ ਇੱਕ ਗੱਲ ਕਹਿ ਦਿੱਤੀ, ਐ ਸਿੱਖਾ ਤੂੰ ਕੰਨਾਂ ਦਾ ਸਹੀ ਉਪਯੋਗ ਕਰ, ਕੰਨਾਂ ਨੂੰ ਅਗਾਹ ਕਰ ਛੱਡ ਕਿ ਅੱਗੇ ਤੋਂ ਭੇਜਣਾ ਤੇ ਦੁੱਧ ਹੀ ਭੇਜਿਓ, ਖੱਟਾ ਨਾ ਭੇਜਿਓ। ਤੇ ਜੇ ਖੱਟਾ ਭੇਜ ਦਿੱਤਾ ਤੇ ਭੇਜਿਆ ਦੁੱਧ ਵੀ ਕਿਸੇ ਕੰਮ ਨਹੀਂ ਆਉਣਾ। ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨਾ ਇਹਨੂੰ ਪਠਾਏ। ਜੇ ਖੁੱਲ੍ਹਣਾ ਹੈ, ਜੇ ਸੁਣਨਾ ਹੈ ਤੇ ਸੱਚ ਨਾਮ ਸੁਣ। ਅਸਤ ਵਿਅਸਤ ਜਾਂ ਗੰਦੇ ਗੀਤ ਨਾ ਸੁਣ, ਤੇਰਾ ਜੀਵਨ ਵਿਅਰਥ ਚਲਿਆ ਜਾਵੇਗਾ। ਕੰਨਾਂ ਦਾ ਸਹੀ ਉਪਯੋਗ ਹੋ ਜਾਵੇ ਤਾਂ ਉਹ ਸਿਮਰਨ ਹੈ। ਇਹ ਪਹਿਲੀ ਭਗਤੀ ਹੈ। ਸਰਵਣ ਫਿਰ ਸਿਮਰਨ, ਬਾਅਦ ਵਿੱਚ ਸਿਮਰਨ ਹੈ। ਪਹਿਲਾਂ ਸਰਵਣ ਕਰਨਾ, ਫਿਰ ਸਿਮਰਨ ਕਰਨਾ, ਫਿਰ ਕੀਰਤਨ ਵਾਜਾ ਲੈ ਕੇ ਜਾਂ ਕੀਰਤੀ ਉਹਦਾ ਜਸ ਕਰਨਾ ਬੈਠ ਕਰਕੇ। ਇਹ ਤੀਜੀ ਭਗਤੀ ਹੈ। ਇਸ ਤਰ੍ਹਾਂ 10 ਪ੍ਰਕਾਰ ਦੀ ਭਗਤੀ ਹੈ ਜੋ ਤੁਹਾਡੇ ਸਾਹਮਣੇ ਮੈਂ ਪੜ੍ਹ ਕੇ ਸੁਣਾਈ ਹੈ। ਪਰ ਇਹ ਸਾਰੀਆਂ ਭਗਤੀਆਂ ਤਾਂ ਹੀ ਸਫਲੀਆਂ ਨੇ ਜੇ ਅੰਦਰ ਸ਼ਰਧਾ, ਵਿਸ਼ਵਾਸ ਤੇ ਪਿਆਰ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਭਗਤੀ ਕਹੀ ਹੈ, ਜੋ ਕਰ ਲਵੇ ਸਾਰੀਆਂ ਭਗਤੀਆਂ ਸਫਲ ਹੋ ਜਾਂਦੀਆਂ ਨੇ। ਸਾਚ ਕਹੋ ਸੁਣ ਲਿਓ ਸਭੈ,
जिन प्रेम कियो तिन ही प्रभ पायो। क्योंकि प्रेम तो बिना परमात्मा प्राप्त नहीं हुंदा। गल्लां दे नाल नहीं हाथ हिलाए सुरग नहीं जाऊ, जो मन जीत सका नहीं काहू। कलगीधर पातशाह जी ने बड़े प्रमाण दिते ने। सो आप जी कथा कीर्तन सवेर तो दीवान सजे ने सरवण कर रहे हो। दास ने कल दी कथा दे विच कीर्तन दी गल आरंभ कीती सी। कीर्तन एक ऐसी दात है, अमोलक दात है, जिहड़ी मन नूं बहुत छेती टका दिंदी है। मन टिक जांदा है जे एकाग्र हो के कीर्तन सरवण करन दा यतन करे। क्योंकि परमात्मा दा दरवाजा ही धुन है। ये गल समझण वाली है। मंदिरां दे विच टल वजदे सी, अज दा किंतु परंतु करन वाला तां कहिंदा है। संख पूरे जांदे ने, उहदा कारण जिहड़ा प्रतीक है कि उस परमात्मा दा दर दरवाजा है ही धुन। धुनी तो बिना वो जाणिया नहीं जा सकदा। दो तरह दी है। एक आहत है जो दो दे टकराव तो पैदा हुंदी है। एक अनाहत है जिहड़ी सुते सिद्ध अपने आप ही अंदर वजदी है। जो भगत जी ने बाणी अंदर कथन कीती है, अनमड़िया मंदल बाजै बिन सावन कन हर गाजै, बादल बिन बरखा होई जो तत् विचारै कोई। शुद्धो हुंग बुद्धो हुंग निर्विकारो हंग। सिमरतियां दे अंदर भी इहदे प्रमाण मिलदे ने कि ये सुते सिद्ध अंदर अपने आप ही धुनी जिहड़ी है वजदी है। इहदा यतन नहीं करना पैंदा। पर इस धुनी नूं प्रगट करन वास्ते पहला सानू सुनना पवेगा, फिर सिमरन करना पवेगा। सिमरन भी ऐसा नहीं कि असी पहला ही चुप करके सिमरन जां नितनेम करन लग पईए। पहला बोल के बाणी पढ़नी पवेगी, जिन्हों कहते हैं बैखरी बाणी बोलना। जदों सिख बाणी बोल के पढ़ता है ना, गुरु नूं हाजर नाजर समझ के कि गुरु साहब ही सुन रहे ने, वो बैखरी बाणी तो फिर मधमा बाणी बनती है। रसना हिलदी है मुख दे अंदर, पर बहुते नज़दीक बैठे नूं भी नहीं पता लगता कि की जाप कर रहा है। ਉਹਦੀ ਮਧਮਾ ਬਾਣੀ ਬਣਦੀ ਹੈ। ਮਧਮਾ ਤੋਂ ਬਾਅਦ ਪਸੰਤੀ ਬਾਣੀ ਬਣਦੀ ਹੈ, ਜਿਹੜੀ ਹਿਰਦੇ ਦੇ ਅੰਦਰ ਹੁੰਦੀ ਹੈ। ਤੁਸੀਂ ਕਿਸੇ ਬਾਣੀ ਦਾ ਸਿਮਰਨ ਕੀਤਾ ਹੈ ਨਾ, ਬੋਲ ਕੇ ਬਾਣੀ ਪੜ੍ਹੀ ਹੈ, ਮਧਮਾ ਤੋਂ ਬਾਅਦ ਪਸੰਤੀ ਬਣੇਗੀ। ਤੁਸੀਂ ਪ੍ਰਸ਼ਾਦਾ ਛਕ ਰਹੇ ਹੋ, ਸੁਖਮਨੀ ਸਾਹਿਬ ਦਾ ਤੁਹਾਡਾ ਅਭਿਆਸ ਹੈ, ਤੁਸੀਂ ਪ੍ਰਸ਼ਾਦਾ ਛਕਦੇ ਵੀ ਉਸ ਬਾਣੀ ਨੂੰ ਪੜ੍ਹੀ ਜਾਓਗੇ। कोई काम करते हो उस बाणी नूं पढ़ी जाओगे। पसंती तो बाद परा बाणी है, जिहड़ी बिना यतन तो अपने आप अंदर चलती है। इत्थों तक विद्वानां ने कहा है कि किसी नाल गल्लां करन तो भी वो जाप बंद नहीं हुंदा। पर पहुँचेगा कौन? जिन्हें बैखरी बाणी पढ़ी है ते जिन्हें अखबार की तरह निगाह फेरी है। ਉਹਦੀ ਮਧਮਾ ਵੀ ਨਹੀਂ, ਪਸੰਤੀ ਵੀ ਨਹੀਂ, ਤੇ ਪਰਾ ਤੇ ਬਹੁਤ ਦੂਰ ਦੀ ਗੱਲ ਹੈ। ਬਹੁਤ ਦੂਰ ਦੀ ਗੱਲ ਹੈ। ਕਈ ਵਾਰ ਅਸੀਂ ਮਹਾਂਪੁਰਖਾਂ ਤੇ ਗੁਰੂਆਂ ਤੇ ਸ਼ੰਕਾ ਕਰਦੇ ਹਾਂ। ਕਰਨ ਵਾਲੇ ਕਰੀ ਜਾਂਦੇ ਨੇ। ਗੁਰੂ ਅਰਜਨ ਸਾਹਿਬ ਜੀ ਹਰਿਮੰਦਰ ਸਾਹਿਬ ਦੇ ਸਰੋਵਰ ਜੀ ਦੇ ਪੌੜ ਪੱਕੇ ਕਰਵਾ ਰਹੇ ਸਨ। ਇੱਕ ਮੇਰੇ ਵਰਗਾ ਆਇਆ, ਗੁਰੂ ਸਾਹਿਬ ਮਜ਼ਦੂਰਾਂ ਨੂੰ ਕਹਿ ਰਹੇ ਸੀ ਤੁਸੀਂ ਕੰਮ ਨਹੀਂ ਕਰਦੇ, ਜਲਦੀ ਜਲਦੀ ਤਕੜੇ ਹੋ ਕੇ ਕੰਮ ਕਰਿਆ ਕਰੋ। ਉਹ ਮੇਰੇ ਵਰਗਾ ਕਹਿਣ ਲੱਗਾ, ਮਹਾਰਾਜ ਤੁਸੀਂ ਤਾਂ ਮਜ਼ਦੂਰਾਂ ਨਾਲ ਉਲਝੇ ਰਹਿੰਦੇ ਜੇ, ਤੁਹਾਡਾ ਰੱਬ ਨਾਲ ਕਦੋਂ ਧਿਆਨ ਜੁੜਦਾ ਹੋਵੇਗਾ। ਸ਼ੰਕਾ ਕਰ ਦਿੱਤਾ। ਦੀਨ ਦੁਨੀਆ ਦੇ ਮਾਲਕ ਮੁਸਕਰਾਏ, ਉਹਦੀ ਬਾਂਹ ਪਕੜੀ, ਬਿਠਾ ਕੇ ਕਹਿਣ ਲੱਗੇ, ਗੁਰਮੁਖਾ
ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਸ਼ਿਪ ਚੱਲਦਾ ਹੈ, ਜਹਾਜ਼ ਚੱਲਦਾ ਹੈ ਨਾ, ਹਜ਼ਾਰਾਂ ਮੀਲ ਉਹਦੇ ਚੌਗਿਰਦੇ ਪਾਣੀ ਹੁੰਦਾ ਹੈ। ਕੈਪਟਨ ਨੂੰ ਕੋਈ ਪਤਾ ਨਹੀਂ ਮੇਰਾ ਜਹਾਜ਼ ਕਿੱਧਰ ਜਾ ਰਿਹਾ ਹੈ। ਉਹਦੇ ਵਿੱਚ ਇੱਕ ਸੂਈ ਹੁੰਦੀ ਹੈ, ਕੰਪਾਸ, ਜਿਹੜੀ ਧਰੂ ਤਾਰੇ ਵੱਲ ਸਿੱਧੀ ਰਹਿੰਦੀ ਹੈ। ਜਹਾਜ਼ ਕਿਤੇ ਵੀ ਚਲਿਆ ਜਾਵੇ ਉਹ ਦੱਸਦੀ ਹੈ ਕਿ ਤੇਰੀ ਬੰਦਰਗਾਹ ਇਸ ਤਰਫ ਹੈ। ਤੇ ਜਹਾਜ਼ ਉਸ ਸੂਈ ਦੇ ਆਸਰੇ, ਕੰਪਾਸ ਦੇ ਆਸਰੇ, ਕੈਪਟਨ ਜਿਹੜਾ ਕਪਤਾਨ ਹੈ, ਜਹਾਜ਼ ਚਲਾਉਣ ਵਾਲਾ, ਬੰਦਰਗਾਹ ਤੇ ਲਾ ਦਿੰਦਾ ਹੈ। ਗੁਰੂ ਨੇ ਆਖਿਆ, ਸਿੱਖਾ, ਸੰਸਾਰ ਸਮੁੰਦਰ ਹੈ, ਪਦਾਰਥਾਂ ਰੂਪੀ ਜਲ ਲਬਾ ਲਬ ਭਰਿਆ ਪਿਆ, ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਇਹ ਜਲ ਹੈ। ਸਾਡਾ ਸਰੀਰ ਰੂਪੀ ਜਹਾਜ਼ ਹੈ ਜਿਹੜਾ ਸੰਸਾਰ ਸਮੁੰਦਰ ਦੇ ਪਦਾਰਥਾਂ ਵਿੱਚ ਵਿਚਰ ਰਿਹਾ ਹੈ, ਚੱਲ ਰਿਹਾ ਹੈ। ਔਰ ਸਾਡੀ ਸੁਰਤ ਜਿਹੜੀ ਹੈ ਨਾ, ਇਹ ਕੰਪਾਸ ਹੈ, ਇਹ ਸੂਈ ਹੈ। ਇਹ ਧਰੂ ਤਾਰੇ ਦੀ ਤਰ੍ਹਾਂ ਸਭ ਤੋਂ ਉੱਚਾ, ਸਭ ਤੋਂ ਵੱਡਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਸਾਡੀ ਸੁਰਤ ਰੂਪੀ ਸੂਈ ਉਹਦੇ ਵੱਲ ਸਿੱਧੀ ਰਹਿੰਦੀ ਹੈ। ਇਸ ਕਰਕੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ, ਪਦਾਰਥਾਂ ਰੂਪੀ ਜਲ ਵਿੱਚ ਸਾਡਾ ਸਰੀਰ ਕਿਤੇ ਵੀ ਵਿਚਰਦਾ ਰਵੇ, ਪਰ ਸਾਡੀ ਸੁਰਤ ਜਿਹੜੀ ਹੈ ਨਾ, ਉਹ ਪ੍ਰਭੂ ਨਾਲ ਜੁੜੀ ਰਹਿੰਦੀ ਹੈ। ਤੇ ਜਿਹਦੀ ਜੁੜ ਜਾਵੇ, ਉਹਦਾ ਸਰੀਰ ਰੂਪੀ ਜਹਾਜ਼ ਜਿਹੜਾ ਉਹ ਸੱਚਖੰਡ ਬੰਦਰਗਾਹ ਤੇ ਜਾਂਦਾ ਹੈ, ਲੱਗਦਾ ਹੈ। ਇਹ ਸੱਚ ਹੈ। ਗੁਰੂ ਨੇ ਆਪਣੇ ਮਹਾਨ ਗੁਰਸਿੱਖਾਂ ਨੂੰ ਇਹ ਦਾਤ ਦਿੱਤੀ ਹੈ, ਸਿਮਰਨ ਕਰਨਾ, ਬਾਣੀ ਪੜ੍ਹਨੀ। ਜਿਸ ਤਰ੍ਹਾਂ ਗਿਆਨੀ ਜੀ ਕਹਿ ਰਹੇ ਸੀ, ਲੋਕ ਕਹਿੰਦੇ ਆ ਸਿਮਰਨ ਨਹੀਂ ਕਰਨਾ, ਕੋਈ ਫਾਇਦਾ ਨਹੀਂ। ਉਹਨਾਂ ਦੀ ਤੁਸੀਂ ਗੱਲ ਛੱਡੋ, ਉਹਨਾਂ ਦੀ ਗੱਲ ਨਾ ਕਰੋ। ਉਹਨਾਂ ਨੂੰ ਇੰਨਾ ਹੀ ਕਹੋ, ਉਹ ਇਹ ਵਿਚਾਰੇ ਕਿਆ ਕਰੇ, ਜਾਂ ਭਾਗ ਧੁਰ ਮੰਦੇ। ਉਹਨਾਂ ਦੇ ਭਾਗ ਹੀ ਮਾੜੇ ਨੇ, ਉਹਨਾਂ ਦੇ ਵੱਸ ਦੀ ਗੱਲ ਹੀ ਨਹੀਂ। ਉਹਨਾਂ ਦਾ ਕਰਮ ਹੀ ਨਿੰਦਿਆ ਕਰਨੀ ਹੈ, ਪ੍ਰਭੂ ਨਾਲੋਂ ਤੋੜਨਾ ਹੈ, ਹੋਰ ਕੋਈ ਕੰਮ ਨਹੀਂ। ਆਉਂਦਾ ਤੇ ਕੱਖ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਬੋਧ ਕੋਈ ਨਹੀਂ, ਇਤਿਹਾਸ ਦਾ ਗਿਆਨ ਕੋਈ ਨਹੀਂ। ਤੁਸੀਂ ਉਹਨਾਂ ਦੀ ਕਥਾ ਕਈ ਵਾਰ ਸੁਣੀ ਹੋਣੀ ਹੈ। ਬਸ ਉਹ ਗੱਲਾਂ ਕਰੀ ਜਾਂਦੇ ਨੇ, ਕਦੀ ਕਿਸੇ ਦਾਲੇ ਹੋ ਗਏ, ਕਦੀ ਕਿਸੇ ਦਾਲੇ ਹੋ ਗਏ, ਹੋਰ ਉਹਨਾਂ ਨੂੰ ਕੋਈ ਕੰਮ ਨਹੀਂ। ਦਾਸ ਇਹ ਬੇਨਤੀ ਕਰ ਰਿਹਾ ਹੈ ਕਿ ਉਸ ਪ੍ਰਭੂ ਦੇ ਸਿਮਰਨ ਨਾਲ ਹੀ ਪ੍ਰਭੂ ਪ੍ਰਾਪਤ ਹੁੰਦਾ ਹੈ। ਧੁਨ ਹੀ ਉਹਦਾ ਦਰਵਾਜ਼ਾ ਹੈ। ਜਿਹੜੇ ਦਸਮ ਗ੍ਰੰਥ ਦੀ ਨਿੰਦਿਆ ਕਰਨ ਤੇ ਤੁਲੇ ਨੇ, ਉਹ ਅੰਦਰੋਂ ਤਾਂ ਕੁਝ ਵੇਖ ਨਹੀਂ ਸਕਦੇ। ਉਹਨਾਂ ਦੀ ਦ੍ਰਿਸ਼ਟੀ ਉੱਥੋਂ ਤੱਕ ਜਾਂਦੀ ਨਹੀਂ। ਉਹਨਾਂ ਦੀ ਦੋਖ ਦ੍ਰਿਸ਼ਟੀ ਹੈ, ਉਹ ਔਗਣ ਹੀ ਲੱਭਦੇ ਨੇ, ਗੁਣ ਗ੍ਰਹਿਣ ਕਰਨ ਵਾਲੇ ਨਹੀਂ। ਕਿੰਨੇ ਪ੍ਰਮਾਣ ਕਲਗੀਧਰ ਪਾਤਸ਼ਾਹ ਜੀ ਨੇ ਦਿੱਤੇ ਨੇ ਕਿ ਕ੍ਰਿਸ਼ਨ ਜੀ ਆਪਣੀ ਮੁਰਲੀ ਨਾਲ ਕਿਹੜਾ ਕਿਹੜਾ ਰਾਗ ਗਾਉਂਦਾ ਹੈ। ਬਾਜਤ ਬਸੰਤ ਅਰ ਭੈਰਵ ਹੰਡੋਲ ਰਾਗ, ਇਹ ਸਾਰੇ ਰਾਗ ਜਿਹੜੇ ਨੇ ਨਾ, ਇਹ ਬੰਸਰੀ ਵਿੱਚੋਂ ਨਿਕਲਦੇ ਸੀ। ਇੱਧਰ ਨੂੰ ਨਾ ਜਾਵਾਂ, ਇੱਥੇ ਬਸ ਨਹੀਂ। ਜਦੋਂ ਮੁਰਲੀ ਵਜਾਉਂਦੇ ਸੀ, ਰੂਖਣ ਤੇ ਰਸ ਚੁੰਮਣ ਲਾਗ, ਦਰਖਤਾਂ ਵਿੱਚੋਂ ਰਸ ਚੋਣ ਲੱਗ ਪੈਂਦਾ ਸੀ। ਬਹੇ ਝਰਨਾ ਗਿਰ ਤੇ ਸੁਖਦਾਈ, ਜਿਹੜਾ ਝਰਨਾ ਡਿੱਗਦਾ ਸੀ ਨਾ ਪਾਣੀ ਦਾ ਪਹਾੜ ਤੋਂ, ਉਹਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਸੀ, ਉਹ ਸ਼ਾਂਤ ਹੋ ਜਾਂਦਾ ਸੀ, ਉਸ ਮੁਰਲੀ ਦੇ ਰਾਗ ਨੂੰ ਸੁਣਦਾ ਸੀ। ਬਹੇ ਝਰਨਾ ਗਿਰ ਤੇ ਸੁਖਦਾਈ, ਘਾਸ ਚੁਗੇ ਨਾ ਬ੍ਰਿਗ ਮਨ ਕੇ। ਜੰਗਲ ਦੇ ਜਿਹੜੇ ਹਰਨ ਨੇ, ਉਹ ਘਾਹ ਚੁਗਣੋਂ ਬੰਦ ਹੋ ਜਾਂਦੇ ਨੇ, ਮਸਤ ਹੋ ਜਾਂਦੇ ਨੇ। ਖਗ ਰੀਝ ਰਹੇ ਜਾਂ ਧੁਨ ਸੁਣ ਪਾਈ, ਜਿੰਨੇ ਪੰਛੀ ਨੇ ਉਹ ਵੀ ਧੁਨੀ ਸੁਣ ਕੇ ਮਸਤ ਹੋ ਜਾਂਦੇ ਨੇ, ਟਿਕ ਜਾਂਦੇ ਨੇ। ਕਿੰਨਿਆਂ ਰਾਗਾਂ ਵਿੱਚ ਮੁਰਲੀ ਨੂੰ ਵਜਾਉਂਦੇ ਨੇ, ਪ੍ਰਭੂ ਦੇ ਗੁਣ ਗਾਉਂਦੇ ਨੇ। ਤੇ ਦੇਵ ਸਭੇ ਮਿਲ ਦੇਖਤ ਕੌਤਕ, ਜੋ ਮੁਰਲੀ ਨੰਦ ਲਾਲ ਬਜਾਈ। ਪਰ ਕੱਲੇ ਰਾਗ ਵਿੱਚ ਟਿਕਾ ਨਹੀਂ, ਟਿਕੇ ਹੋਏ ਪ੍ਰਮਾਤਮਾ ਦੀ ਬਾਣੀ ਨੂੰ ਰਾਗ ਵਿੱਚ ਪਾ ਕੇ ਗਾਇਆ ਜਾਵੇ ਤਾਂ ਮਨ ਟਿਕ ਜਾਂਦਾ ਹੈ।
ਚੰਗਾ ਰਾਗੀ ਜਦੋਂ ਗਾਉਂਦਾ ਹੈ ਨਾ, ਉਹ ਪਹਿਲਾਂ ਤੰਤੀ ਸਾਜ਼ ਨੂੰ ਸੁਰ ਕਰਦਾ ਹੈ, ਜੋੜੀ ਨੂੰ ਸੁਰ ਕਰਦਾ ਹੈ, ਕਿਉਂਕਿ ਸਾਜ਼ ਸੁਰ ਵਿਹਾ ਹੋਵੇ ਨਾ ਤੇ ਤਾਜ਼ਾ ਰਾਗ ਨਹੀਂ ਗਾਇਆ ਜਾਂਦਾ। ਕਈ ਕਹਿਣਗੇ ਜੋੜੀ ਕੁੱਟੀ ਜਾਂਦੇ ਨੇ, ਸੁਰ ਕਰ ਘਰੋਂ ਕਰਕੇ ਆਉਂਦੇ, ਘਰੋਂ ਨਹੀਂ, ਇਹਨੂੰ ਤਾਜ਼ਾ ਕਰਕੇ ਤਾਜ਼ਾ ਭੋਜਨ ਪਰੋਸ ਕੇ ਦਿੱਤਾ ਜਾ ਸਕਦਾ ਹੈ, ਘਰੋਂ ਨਹੀਂ ਸੁਰ ਹੋ ਸਕਦੀ, ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ। ਤੁਸੀਂ ਵੇਖਿਆ ਕਦੀ ਰਾਗੀ ਸਿੰਘ ਨੇ ਤਾਰ ਕੱਢੀ ਹੈ ਜਿਹੜੀ ਬਸੁਰੀ ਹੋਵੇ? ਨਾ, ਉਸ ਤਾਰ ਨੂੰ ਸੁਰ ਵਿੱਚ ਕਰਦਾ, ਕੱਢਦਾ ਨਹੀਂ, ਫਿਰ ਕੀਰਤਨ ਕਰਦਾ ਹੈ। ਜ਼ਿੰਦਗੀ ਵੀ ਇੱਕ ਵਾਜਾ ਹੈ, ਇਹਦੇ ਵਿੱਚ 5 ਸੁਰਾਂ ਜਿਹੜੀਆਂ ਬਸੁਰੀਆਂ ਹੋਈਆਂ ਪਈਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਨੂੰ ਵੀ ਕੱਢਣਾ ਨਹੀਂ, ਇਹਨਾਂ ਨੂੰ ਸੁਰ ਕਰਨਾ ਹੈ। ਵੈਸੇ ਕੱਢ ਵੀ ਨਹੀਂ ਸਕਾਂਗੇ, ਕਾਮ ਨੂੰ ਨਹੀਂ ਕੱਢ ਸਕਾਂਗੇ। ਕਾਮ ਜਦੋਂ ਸੁਰ ਵਿੱਚ ਹੁੰਦਾ ਹੈ, ਸ਼ਰਮ ਹਿਆ ਦਾ ਚੋਲਾ ਪਹਿਨਦਾ ਹੈ, ਵੇਖ ਪਰਾਈਆਂ ਚੰਗੀਆਂ, ਇਸ ਮਰਿਆਦਾ ਵਿੱਚ ਰਹਿੰਦਾ ਹੈ। ਜਦੋਂ ਕ੍ਰੋਧ ਸੁਰ ਵਿੱਚ ਹੁੰਦਾ ਹੈ, ਵੀਰ ਰਸ ਬਣਦਾ ਹੈ, ਜਣੇ ਖਣੇ ਨਾਲ ਲੜਾਈ ਨਹੀਂ ਕਰਦਾ, ਰਸਤੇ ਵਿੱਚ ਤੁਰੇ ਜਾਂਦੇ ਆ ਗਾਲ ਕੱਢ ਦੇਣੀ, ਝਗੜਾ ਹੋ ਜਾਣਾ, ਇਹੋ ਜਿਹਾ ਕੰਮ ਨਹੀਂ। ਉਹ ਕ੍ਰੋਧ ਵੀਰ ਰਸ ਬਣਦਾ ਹੈ। ਜਦੋਂ ਲੋਭ ਦੀ ਤਾਰ ਸੁਰ ਵਿੱਚ ਹੁੰਦੀ ਹੈ, ਇਹ ਸੰਤੋਖ ਬਣਦਾ ਹੈ। ਜਦੋਂ ਮੋਹ ਸੁਰ ਵਿੱਚ ਹੁੰਦਾ ਹੈ, ਪ੍ਰੇਮ ਬਣਦਾ। ਇੱਕ ਸ਼ਕਤੀ ਦੇ 2 ਨਾਮ ਨੇ, ਪ੍ਰੇਮ ਅਤੇ ਮੋਹ। ਫਰਕ ਕੀ ਹੈ? ਮੋਹ ਕੁਝ ਮੰਗਦਾ ਹੈ ਤੇ ਪ੍ਰੇਮ ਕੁਝ ਵੰਡਦਾ ਹੈ। ਜਿੱਥੇ ਮੇਰਾ ਬੱਚਾ ਹੀ ਪੜ੍ਹੇ, ਮੈਨੂੰ ਹੀ ਮਿਲੇ, ਇਹ ਮੋਹ ਹੈ। ਜਿੱਥੇ ਸਭ ਨੂੰ ਮਿਲੇ, ਇਹ ਪ੍ਰੇਮ ਹੈ। ਇਹਨੂੰ ਕਹਿੰਦੇ ਨੇ ਪ੍ਰੇਮ। ਅਹੰਕਾਰ ਜਿਹੜਾ ਹੈ, ਇਹ ਜਦੋਂ ਸੁਰ ਵਿੱਚ ਹੁੰਦਾ, ਸਵੈਮਾਨ ਬਣਦਾ ਹੈ। ਫਿਰ ਜ਼ਿੰਦਗੀ ਐਸਾ ਗੀਤ ਗਾਤੀ ਹੈ, ਮੌਤ ਵੀ ਝੂਮ ਝੂਮ ਕਰ ਜਾਤੀ ਹੈ। ਜਿੱਥੇ ਅਸੀਂ ਤੰਤੀ ਸਾਜ਼ਾਂ ਨੂੰ ਜਾਂ ਦੂਜੇ ਸਾਜ਼ਾਂ ਨੂੰ ਸੁਰ ਵਿੱਚ ਕਰਦੇ ਹਾਂ, ਉੱਥੇ ਜ਼ਿੰਦਗੀ ਸੁਰ ਵਿੱਚ ਹੋਣੀ ਵੀ ਬੜੀ ਜ਼ਰੂਰੀ ਹੈ। ਇਸ ਸ਼ਬਦ ਨੇ ਉਸ ਬ੍ਰਹਮ ਸ਼ਬਦ ਨਾਲ ਮਿਲਣਾ ਹੈ ਤੇ ਉਹ ਅੰਦਰੋਂ ਪ੍ਰਗਟ ਹੋਣਾ ਹੈ। ਉਸ ਸ਼ਬਦ ਨੇ, ਉਸ ਬ੍ਰਹਮ ਨੇ। ਇਹ ਕੀਰਤਨ ਕਰਨ ਦਾ ਮਤਲਬ ਇਹ ਨਹੀਂ ਕਿ ਗੁਰੂ ਦਾ ਸ਼ਬਦ ਪੜ੍ਹਿਆ ਤੇ ਘਰ ਨੂੰ ਚਲੇਗਾ, ਜੋ ਸੁਣਿਆ ਤਾਂ ਚਲੇ ਗਏ, ਨਹੀਂ। ਇਸ ਸ਼ਬਦ ਦੇ ਨਾਲ ਉਸ ਸ਼ਬਦ ਨੂੰ ਅੰਦਰੋਂ ਪ੍ਰਗਟ ਕਰਨਾ ਹੈ। ਜਿਸ ਤਰ੍ਹਾਂ ਨਵਾਂ ਨਲਕਾ ਲਾਈਏ, ਮਿਸਤਰੀ ਕਹਿੰਦਾ ਲਿਆਓ 10 ਪਾਣੀ ਦੀਆਂ ਬਾਲਟੀਆਂ, ਕੋਈ ਪੁੱਛੇ ਵੀ ਅਸੀਂ ਤਾਂ ਨਲਕੇ ਤੇ ਪੈਸੇ ਲਵਾਏ ਆ ਪਾਣੀ ਲੈਣ ਨੂੰ, ਤੂੰ ਕਹਿੰਦਾ ਤੁਸੀਂ ਪਾਣੀ ਲਿਆਓ। ਉਹ ਕਹੇਗਾ ਥੱਲੇ ਵਾਲੇ ਪਾਣੀ ਦਾ ਸੱਤ ਉੱਪਰਲੇ ਪਾਣੀ ਨਾਲ ਟੁੱਟ ਗਿਆ, ਮੈਂ ਉੱਪਰੋਂ ਪਾ ਕੇ ਗੇੜਾਂਗਾ, ਫਿਰ ਅਤੁੱਟ ਮਿਲੇਗਾ, ਅਤੁੱਟ ਜਲ ਆਵੇਗਾ। ਇਹ ਉੱਤੋਂ ਕੀਰਤਨ ਕਰਨ ਦਾ ਸ਼ਬਦ ਦਾ ਮਤਲਬ ਹੀ ਹੈ ਕਿ ਅੰਦਰੋਂ ਉਹ ਸ਼ਬਦ ਜਾਗ ਪਵੇ ਤੇ ਅਜੱਪਾ ਜਾਪ ਨਾ ਬਿਸਰੇ, ਆਦ ਜੁਗਾਦ ਸਮਾਏ, ਉਹ ਅਜੱਪਾ ਜਾਪ ਅੰਦਰ ਚੱਲ ਪਵੇ। ਜ਼ਿੰਦਗੀ ਦਾ ਸੁਰ ਵਿੱਚ ਹੋਣਾ ਵੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਮਹਾਂਪੁਰਖਾਂ ਦਾ ਤੁਸੀਂ ਦਿਨ ਮਨਾ ਰਹੇ ਹੋ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਐਂ ਸੁਰ ਵਿੱਚ ਕੀਤਾ ਹੋਇਆ ਸੀ। ਆਪ ਗੁਰੂ ਕੀ ਮਰਿਆਦਾ ਤੇ ਚੱਲਣ ਵਾਲੇ ਸੀ, ਗੁਰੂ ਦਾ ਹੁਕਮ ਮੰਨਣ ਵਾਲੇ ਸੀ। ਫਾਇਦਾ ਵੀ ਉਹਦਾ ਹੀ ਹੈ ਜਿਹੜਾ ਪਹਿਲੇ ਮਨ ਪ੍ਰਬੋਧੇ, ਆਪਣਾ ਪਾਛੇ ਅਵਰੀ ਜਾਵੇ। ਇਹ ਸਾਖੀ ਤਾਂ ਆਪਾਂ ਕਈ ਵਾਰ ਸੁਣੀ ਹੈ ਨਾ। ਪੁਰਾਣੇ ਸਮਿਆਂ ਵਿੱਚ 20 ਪਿੰਡਾਂ 'ਚ ਇੱਕ ਗੁਰਦੁਆਰਾ ਹੁੰਦਾ ਸੀ। ਨਾ ਉਹਨੇ ਗ੍ਰੰਥੀ ਸਾਹਿਬਾਨ, ਨਾ ਸਤਿਗੁਰਾਂ ਦੇ ਸਰੂਪ ਹੀ ਇੰਨੇ ਹੱਥ ਲਿਖਤ ਲਿਖੇ ਜਾਂਦੇ ਸੀ। ਔਰ ਜਿਹੜਾ ਗ੍ਰੰਥੀ ਬਣਦਾ ਸੀ, ਗ੍ਰੰਥੀ ਸਿੰਘ, ਉਹ ਸਮਝਦਾ ਸੀ ਮੈਂ ਬਾਬਾ ਬੁੱਢਾ ਸਾਹਿਬ ਜੀ ਦੀ ਪੋਸਟ 'ਤੇ ਹਾਂ, ਉਸ ਜਗ੍ਹਾ 'ਤੇ ਹਾਂ, ਮੇਰਾ ਕੁਝ ਫਰਜ਼ ਹੈ। ਤੇ ਕੋਈ ਬੀਬੀ ਆਪਣੇ ਬੱਚੇ ਨੂੰ ਲੈ ਕੇ ਤੁਰੀ, 20 ਕਿਲੋਮੀਟਰ ਪੈਂਡਾ ਕਰਕੇ ਆਈ ਤੇ ਆ ਕੇ ਆਂਦੀ, ਬਾਬਾ ਜੀ ਮੁੰਡਾ ਗੁੜ ਖਾਂਦਾ। ਬਾਬਾ ਜੀ ਕਹਿੰਦੇ, ਬੀਬਾ ਇੰਜ ਕਰ, ਅੱਜ ਦੇ ਦਿਨ ਲੈ ਮੈਨੂੰ ਲੈ ਜਾ, 7 ਬਚਨ ਜੀ। ਉਹ ਫਿਰ ਮੁੜ ਗਈ, 20 ਕਿਲੋਮੀਟਰ ਪੈਂਡਾ ਪੈ ਗਿਆ। ਹਫ਼ਤੇ ਬਾਅਦ ਫਿਰ ਆ ਗਈ, 60 ਕਿਲੋਮੀਟਰ ਹੋ ਗਿਆ। ਕਹਿੰਦੀ, ਬਾਬਾ ਜੀ ਮੈਂ ਤੁਹਾਨੂੰ ਬੇਨਤੀ ਕਰਨ ਆਈ ਹਾਂ। ਕਹਿੰਦੇ, ਦੱਸੋ। ਕਹਿੰਦੇ, ਪਿਛਲੇ ਹਫ਼ਤੇ ਆਈ ਸਾਂ, ਤੁਹਾਨੂੰ ਕਿਹਾ ਸੀ ਮੁੰਡਾ ਗੁੜ ਖਾਂਦਾ, ਤੁਸੀਂ ਕਿਹਾ ਸੀ ਅੱਜ ਦੇ ਦਿਨ ਨਹੀਂ, ਮੈਂ ਲੈ ਆਈ ਹਾਂ। ਕਹਿੰਦੇ, ਅੱਛਾ ਅੱਛਾ ਲਿਆਓ ਰ। ਜਦੋਂ ਬੱਚੇ ਨੂੰ ਲਾਗੇ ਕੀਤਾ, ਕਹਿਣ ਲੱਗੇ, ਕਾਕਾ ਗੁੜ ਜ਼ਿਆਦਾ ਨਹੀਂ ਖਾਈਦਾ,
दंद खराब हो जाते आ, पेट खराब हो जाता है, फिणसियाँ निकल आउंदियां ने, बड़ियां गल्लां कहीआं। माता कहन लगी बाबा जी जे इहो कहना सी उदण कह दिंदे मैनू 80 किलोमीटर पैड़ा पवा दा, गल तो इहो कहनी सी ना गुड़ ना खा। कहन लगा बीबा उदण गुड़ मैं भी खांदा सां, जे कहंदा ना हट जा इन्हें हटना नहीं सी। महापुरखां दी गल दा असर क्यों हुंदा है? उन्हां दे कमाई दे बचन हुंदे ने। ਇਹ ਉਹ ਦਮਦਮੀ ਟਕਸਾਲ ਹੈ ਜਿਨ੍ਹਾਂ ਦਾ ਤੁਸੀਂ ਕਈ ਵਾਰ ਇਤਿਹਾਸ ਸੁਣਿਆ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਤਿਗੁਰਾਂ ਨੇ ਕੰਠੋਂ ਉਚਾਰ ਕੇ ਲਿਖਵਾਇਆ। ਭਾਈ ਮਣੀ ਸਿੰਘ ਸਾਹਿਬ ਨੇ ਲਿਖਿਆ ਔਰ 48 ਸਿੰਘਾਂ ਨੇ ਅਰਥ ਸੁਣੇ, ਬਦੇ ਮੁਕਤ ਹੋ ਗਏ। ਜਦੋਂ ਬਾਬਾ ਦੀਪ ਸਿੰਘ ਸਾਹਿਬ, ਬਾਬਾ ਮਣੀ ਸਿੰਘ ਸਾਹਿਬ ਨੇ ਆਖਿਆ ਮਹਾਰਾਜ ਸਾਡੀ ਕਥਾ ਸੁਣੀ ਐਵੇਂ ਜਾਵੇਗੀ, ਸਾਡੇ 'ਤੇ ਵੀ ਕਿਰਪਾ ਕਰੋ। ਮਹਾਰਾਜ ਕਹਿੰਦੇ ਨਹੀਂ, ਤੁਹਾਡੇ ਤੋਂ 2 ਟਕਸਾਲਾਂ ਚੱਲਣਗੀਆਂ, ਤੁਹਾਨੂੰ ਇਹ ਨਾਮ ਦਾ ਰਸ ਬਣਿਆ ਰਹੇਗਾ। ਭਾਈ ਮਣੀ ਸਿੰਘ ਤੇਰਾ ਬੰਦ ਕੱਟਿਆ ਜਾਵੇ ਭਾਵੇਂ, ਪਰ ਇਹ ਨਾਮ ਦਾ ਬਾਣੀ ਦਾ ਕਥਾ ਦਾ ਰਸ ਨਹੀਂ ਜਾਵੇਗਾ। ਸਾਡੇ ਸਾਹਮਣੇ ਹੈ। ਇੱਥੇ ਬਸ ਨਹੀਂ, ਬਾਬਾ ਦੀਪ ਸਿੰਘ ਸਾਹਿਬ ਨੂੰ ਆਖਿਆ ਬਾਬਾ ਦੀਪ ਸਿੰਘ ਤੇਰਾ ਸੀਸ ਧੜ ਨਾਲੋਂ ਜੁਦਾ ਹੋ ਜਾਵੇਗਾ, ਪਰ ਰਸ ਨਹੀਂ ਜਾਵੇਗਾ। ਤਲੀ ਤੇ ਰੱਖ ਕੇ ਪਿਆਰੇ ਦੀ ਗਲੀ ਵਿੱਚ ਆਏ। ਆਪਾਂ ਸਾਰੇ ਇਤਿਹਾਸ ਪੜ੍ਹਦੇ ਹਾਂ। ਜਦੋਂ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਨੂੰ ਦਮਦਮੀ ਟਕਸਾਲ ਦੀ ਦਸਤਾਰ ਜ਼ਿੰਮੇਵਾਰੀ ਮਿਲੀ ਹੈ, ਉਦੋਂ 1966 ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 300 ਸਾਲਾ ਸ਼ਤਾਬਦੀ ਪੁਰਬ ਸੀ। ਬਹੁਤ ਸੰਗਤਾਂ ਪੰਜਾਬ ਤੋਂ ਗਈਆਂ, ਜਥੇਬੰਦੀਆਂ ਗਈਆਂ। ਧੰਨ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਨੰਨ ਸੇਵਕ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸੰਪਰਦਾ ਦੇ 10ਵੇਂ ਮੁਖੀ ਜਾਣਸ਼ੀਨ ਸੱਚਖੰਡ ਵਾਸੀ ਜਥੇਦਾਰ ਬਾਬਾ ਸੋਹਣ ਸਿੰਘ ਸਾਹਿਬ ਜੀ ਪੈਦਲ ਘੋੜੇ ਤੇ ਸਿੰਘਾਂ ਨੂੰ ਲੈ ਕੇ ਗਏ। ਸਮਾਂ ਨਹੀਂ ਮੈਂ ਗੱਲ ਖੋਲਾਂ, ਬੜੀ ਮਰਿਆਦਾ ਵਿੱਚ ਰੱਖਿਆ। ਸਿੰਘਾਂ ਨੂੰ ਕਿਹਾ ਵੀ ਅੱਧਾ ਸਫ਼ਰ ਘੋੜੇ ਤੇ ਅੱਧਾ ਵਾਗਡੋਰ ਕਰਕੇ ਘੋੜਾ ਪਕੜ ਕੇ ਤੁਰ ਕੇ ਜਾਣਾ। ਤੁਹਾਡੀ ਸੇਵਾ ਪ੍ਰਵਾਨ ਹੋਏ ਨਾ, ਘੋੜਿਆਂ 'ਤੇ ਚੜ੍ਹੇ ਰਹੋ। ਪ੍ਰਸ਼ਾਦਾ ਸਵੇਰੇ ਰਾਤ ਨੂੰ ਜਾ ਕੇ ਪੱਕਦਾ ਛਕਦੇ ਸੀ, ਸਵੇਰੇ ਸ਼ਰਦਾਈ ਪਾਣੀ ਛਕ ਕੇ ਭੰਗੂਰ ਬਣਦਾ ਸੀ, ਛਕ ਕੇ ਤੁਰ ਪੈਂਦੇ ਸੀ। ਬੜੀ ਕਠਿਨ ਯਾਤਰਾ ਕਰਕੇ ਗਏ। 1 ਮਹੀਨਾ ਗੁਰੂ ਕੇ ਬਾਗ ਦੇ ਅੰਦਰ ਲੰਗਰ ਦੀ ਸੇਵਾ ਬਾਬਾ ਸੋਹਣ ਸਿੰਘ ਸਾਹਿਬ ਨੇ ਚਲਾਈ। ਦਮਦਮੀ ਟਕਸਾਲ ਦੇ ਮੁਖੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਜਿਨ੍ਹਾਂ ਦੇ ਪ੍ਰਤੀ ਮੈਂ ਸੰਤ ਸਰਜੀਤ ਸਿੰਘ ਦੇ ਕੋਲ ਜਦੋਂ ਵਿਦਾਂਤ ਪੜ੍ਹਨ ਗਿਆ ਨਾ ਰਵਾੜੀ, ਉਹਨਾਂ ਤੋਂ ਸੁਣਿਆ ਸੀ। ਉਹ ਕਹਿੰਦੇ ਸੀ, ਹਰ ਇੱਕ ਵਿਦਿਆਰਥੀ ਨੂੰ ਸੰਤ ਜੀ ਕਹਿੰਦੇ ਸੰਤ ਜੀ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦਾ ਜੀਵਨ ਸੀ ਬੋਲੇ ਸਾਚ ਮਿਥਿਆ ਨਹੀਂ ਰਾਈ। ਰਾਈ ਮਾਤਰ ਵੀ ਮਿਥਿਆ ਗੱਲ ਨਹੀਂ ਸੀ ਕਰਦੇ। ਜੋ ਕਹਿੰਦੇ ਸੀ ਉਹ ਸੱਚ ਸੀ। ਇੰਨਾ ਕੰਟਸਟ ਸੀ ਉਹਨਾਂ ਨੂੰ ਬਾਣੀ, ਕਿਸੇ ਵੇਦ ਸ਼ਾਸਤਰ ਦੀ ਗੱਲ ਪੁੱਛ ਲਓ, ਕਹਿੰਦੇ ਸੀ ਫਲਾਣੇ ਪੰਨੇ ਤੇ ਲਿਖੀ ਹੈ। ਇਤਨੇ ਵੱਡੇ ਬ੍ਰਹਮ ਗਿਆਨੀ, ਇਤਨੇ ਵੱਡੇ ਟਿਕਾ ਵਾਲੇ ਮਹਾਂਪੁਰਖ ਸੀ। ਬਾਬਾ ਜੀ ਨੇ ਲੰਗਰ ਲਾਇਆ ਹੋਇਆ ਸੀ ਤੇ ਬਾਬਾ ਜੀ ਨਾਲ ਖਾਲਸਾ ਜੀ ਦਾ ਬੜਾ ਪਿਆਰ ਸੀ। ਦਰਸ਼ਨ ਕਰਦੇ ਕਰਦੇ ਜਦੋਂ ਗੁਰੂ ਕੇ ਬਾਗ ਵਿੱਚ ਗਏ ਨੇ, ਬਾਬਾ ਜੀ ਆਪ ਪਲਟਾ ਕਰ ਰਹੇ ਸੀ, ਲੰਗਰ ਸਜਾ ਰਹੇ ਸੀ, ਕਿਉਂਕਿ ਦੇਗ ਲੰਗਰ ਦੀ ਸੇਵਾ ਬਾਬਾ ਸੋਹਣ ਸਿੰਘ ਸਾਹਿਬ ਬਹੁਤ ਕਰਦੇ ਸੀ। ਜਦੋਂ ਸੰਤ ਜੀ ਆਏ, ਦਵਾ ਦਾ ਪਲੰਘਾ ਵਿਛਾ ਕੇ ਬਿਠਾਇਆ, ਬਾਬਾ ਜੀ ਆਪ ਪਲਟਾ ਕਰ ਰਹੇ ਸੀ। ਕਹਿੰਦੇ ਸੰਤ ਜੀ ਮਹਾਂਪੁਰਖੋ ਪ੍ਰਸ਼ਾਦਾ ਛਕਾਉਣਾ? ਕਹਿੰਦੇ ਜ਼ਰੂਰ ਛਕਾਓ। ਆਪ ਬਾਬਾ ਜੀ ਨੇ ਫੁਲਾ ਕੇ ਪ੍ਰਸ਼ਾਦੇ ਲਾਏ ਤੇ ਸੰਤਾਂ ਨੇ ਚੌਂਕੜਾ ਮਾਰਿਆ ਤੇ 3 ਪ੍ਰਸ਼ਾਦੇ ਛਕ ਗਏ। 3 ਡਾਕਟਰ ਨੇ ਕਿਹਾ ਸੀ 1 ਤੋਂ ਵੱਧ ਨਹੀਂ, ਹੱਦ 1.5 ਪ੍ਰਸ਼ਾਦਾ ਛਕਣਾ, ਤੇ ਛਕਦੇ ਵੀ ਇੰਨਾ ਹੀ ਸੀ। ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਆਖਿਆ ਬਾਬਾ ਜੀ ਤੁਸੀਂ 3 ਪ੍ਰਸ਼ਾਦੇ ਛਕ ਲਿਆ ਤੇ ਹੋਰ ਨਾ ਛਕੋ। ਕਹਿਣ ਲੱਗੇ ਬਾਬਾ ਜੀ ਨੇ ਪਿਆਰ ਨਾਲ ਛਕਾਉਣ ਡਿਆ, ਤੈਨੂੰ ਕੋਈ ਹੁੰਦਾ ਛਕਾਈ ਜਾ। ਮਹਾਂਪੁਰਖਾਂ ਨੇ ਉੱਥੇ ਪ੍ਰਸ਼ਾਦਾ ਛਕਿਆ।
ਛਕਣ ਤੋਂ ਬਾਅਦ ਬਾਬਾ ਸੋਹਣ ਸਿੰਘ ਸਾਹਿਬ ਜੀ ਨੂੰ ਖਾਲਸਾ ਜੀ ਨੇ ਆਖਿਆ, ਬਾਬਾ ਸੋਹਣ ਸਿੰਘ ਸਾਹਿਬ ਜੀ, ਤੁਸੀਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਦੀ ਅੰਸ਼ ਬੰਸ ਹੋ। ਇੱਥੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਹੈ ਇਸ ਪੁਰਬ ਤੇ, 300 ਸਾਲਾ ਸ਼ਤਾਬਦੀ ਅਵਤਾਰ ਪੁਰਬ ਤੇ। ਕੋਈ ਕੁਝ ਦਾਨ ਕਰ ਰਿਹਾ ਹੈ, ਕੋਈ ਕੁਝ ਦਾਨ ਕਰ ਰਿਹਾ ਹੈ। ਵੇਖੋ ਮਹਾਂਪੁਰਖਾਂ ਦੀ ਨਿਮਰਤਾ, ਕਹਿੰਦੇ ਸਾਡੇ ਕੋਲ ਕੋਈ ਦਾਨ ਕਰਨ ਨੂੰ ਹੈ ਨਹੀਂ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਖਾਲਸਾ ਜੀ ਕੀ ਤੁਹਾਡੇ ਕੋਲ ਤਾਂ ਸਭ ਕੁਝ ਹੈ? ਕਹਿਣ ਲੱਗੇ ਹਾਂ, ਕਲਗੀਧਰ ਜੀ ਨੇ ਮੈਨੂੰ ਟਕਸਾਲ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਅਸੀਂ ਸੋਚਿਆ ਇਹ ਦਾਨ ਕਰਤਾਰ ਸਿੰਘ ਨੂੰ ਦੇ ਦਈਏ ਤੇ ਸਵੇਰੇ ਤਖਤ ਸਾਹਿਬ ਤੇ ਕਥਾ ਦੀ ਸਮਾਪਤੀ ਤੋਂ ਬਾਅਦ ਦਸਤਾਰਬੰਦੀ ਕਰਨੀ ਹੈ, ਤੁਸੀਂ ਵੀ ਹਾਜ਼ਰ ਹੋਇਓ। ਫਿਰ ਬਾਬਾ ਸੋਹਣ ਸਿੰਘ ਸਾਹਿਬ ਜੀ ਵੀ ਸਿੰਘਾਂ ਨੂੰ ਨਾਲ ਲੈ ਕੇ ਗਏ। ਕਥਾ ਦੀ ਸਮਾਪਤੀ ਤੋਂ ਬਾਅਦ ਸੰਤਾਂ ਨੇ ਜੋ ਬਚਨ ਕਹੇ, ਉਹ ਜਥੇ ਦੇ ਵਿੱਚ ਟੇਪਾਂ ਵੀ ਭਰੀਆਂ ਸੀ, ਸਾਰੇ ਆਪਾਂ ਸੁਣਦੇ ਰਹੇ ਹਾਂ ਵੀ ਕਿਸ ਤਰ੍ਹਾਂ ਸਾਰਿਆਂ ਨੂੰ ਸਮਝਾਇਆ ਵੀ ਇਹਨੂੰ ਛੋਟਾ ਜਾਣ ਕੇ ਸਤਿਕਾਰ ਕਰਿਓ, ਇਹਨਾਂ ਦੀ ਸੇਵਾ ਬੜੀ ਹੈ, ਸੇਵਾ ਤੇ ਪ੍ਰਸੰਨ ਹੋ ਕੇ ਅਸੀਂ ਜ਼ਿੰਮੇਵਾਰੀ ਦੇ ਰਹੇ ਹਾਂ। ਭਾਵੇਂ ਇਹਨਾਂ ਤੋਂ ਵੱਡੇ ਵਿਦਿਆਰਥੀ ਨੇ, ਜ਼ਿਆਦੇ ਵਿਦਵਾਨ ਨੇ, ਪਰ ਇਹਨਾਂ ਦੀ ਸੇਵਾ ਬਹੁਤ ਹੈ। ਸਾਰੇ ਬਚਨ ਕਰਕੇ ਫਿਰ ਦਸਤਾਰ ਲੈ ਕੇ ਉੱਠੇ ਤੇ ਬਾਬਾ ਸੋਹਣ ਸਿੰਘ ਸਾਹਿਬ ਨੂੰ ਆਖਿਆ ਸੀ, ਮਹਾਂਪੁਰਖੋ ਦਸਤਾਰ ਆਓ ਤੁਸੀਂ ਸਜਾਓ, ਤੁਸੀਂ ਬਹਾਦਰ ਬਾਬਾ ਬਿਧੀ ਚੰਦ ਸੇ ਅੰਸ਼ ਬੰਸ ਹੋ, ਤੁਹਾਡੇ ਤੋਂ ਇਹ ਦਸਤਾਰ ਸੀਸ ਤੇ ਚਲਾਉਣੀ ਹੈ। ਬਾਬਾ ਜੀ ਅੱਗੋਂ ਕੀ ਆਖਿਆ? ਕਹਿਣ ਲੱਗੇ ਤੁਸੀਂ ਬ੍ਰਹਮ ਗਿਆਨੀ ਹੋ, ਤੁਸੀਂ ਸਜਾਓ। ਕਹਿੰਦੇ ਨਹੀਂ, ਇਹਨਾਂ ਸੂਰਮਤਾ ਵੀ ਭਰਨੀ ਹੈ, ਬ੍ਰਹਮ ਗਿਆਨ ਵੀ ਭਰਨਾ ਹੈ। ਦਸਤਾਰ ਸਜਾਉਣ ਤੋਂ ਬਾਅਦ ਬਾਬਾ ਸੋਹਣ ਸਿੰਘ ਸਾਹਿਬ ਨੂੰ ਬਾਂਹ ਪਕੜਾਈ ਸੰਤ ਕਰਤਾਰ ਸਿੰਘ ਖਾਲਸਾ ਦੀ ਵੀ ਇਹਨਾਂ ਦੀ ਰੱਖਿਆ ਹੁਣ ਤੁਸੀਂ ਕਰਨੀ ਹੈ, ਕਿਉਂਕਿ ਮਹਾਂਪੁਰਖ ਆਉਣ ਵਾਲੇ ਸਮੇਂ ਨੂੰ ਵੀ ਜਾਣਦੇ ਨੇ। ਉਹਨਾਂ ਦੀ ਨਿਗਾਹ ਜਿਹੜੀ ਹੈ ਨਾ, ਉਹ ਸਾਰੇ ਸਮਿਆਂ ਵਿੱਚ ਹੈ ਵੀ ਕੀ ਸਮਾਂ ਬੀਤਿਆ, ਕੀ ਚੱਲ ਰਿਹਾ ਤੇ ਕੀ ਆਉਣਾ ਹੈ। ਉਹਨਾਂ ਨੂੰ ਸਭ ਗਿਆਨ ਹੁੰਦਾ ਹੈ। ਦੋਇ ਦੋਇ ਲੋਚਨ ਸਰਬਾਨਾ, ਵਿਦਵਾਨਾ ਤਰੀ ਲੋਚਨਾ, ਪੜਤਾਨਾ ਸਪਤਾਨਾ, ਬ੍ਰਹਮ ਗਿਆਨੀ ਅਨੰਤ ਲੋਚਨਾ। ਰੱਬ ਦੇ ਪਿਆਰਿਆਂ ਦੇ ਬੇਅੰਤ ਨੇਤਰ ਲੋਚਨ ਹੁੰਦੇ ਨੇ। ਉਹ ਦੂਰ ਦ੍ਰਿਸ਼ਟੀ ਵਾਲੇ, ਸਮ ਦ੍ਰਿਸ਼ਟੀ ਵਾਲੇ, ਉਹ ਸਭ ਕੁਝ ਜਾਣਦੇ ਨੇ ਕੀ ਹੋਣਾ ਹੈ। ਦਸਤਾਰ ਦੇ ਦਿੱਤੀ, ਜਿਸ ਤਰ੍ਹਾਂ ਬਾਬਾ ਜੀ ਨੇ ਅੱਗੇ ਦਸਤਾਰ ਦੇਣ ਦੀ ਸੇਵਾ ਕੀਤੀ ਆਪਾਂ ਸਾਰੇ ਜਾਣਦੇ ਹਾਂ। ਇਤਨਾ ਪਿਆਰ ਸੀ ਸੰਤ ਕਰਤਾਰ ਸਿੰਘ ਖਾਲਸਾ ਜੀ ਦਾ, ਪਿਤਾ ਜੀ ਕਹਿ ਕੇ ਬਾਬਾ ਸੋਹਣ ਸਿੰਘ ਸਾਹਿਬ ਨੂੰ ਬੁਲਾਉਂਦੇ ਸੀ, ਪਿਤਾ ਜੀ। ਜਦੋਂ ਬਾਬਾ ਜੀ ਸਰੀਰ ਕਰਕੇ ਢਿੱਲੇ ਹੋਏ ਨੇ, ਉਹਨਾਂ ਦਾ ਫੁਰਨਾ ਬਣਿਆ ਵੀ ਸਰੀਰ ਤਿਆਗ ਦਈਏ। ਮੁਕਤਸਰ ਸਾਹਿਬ ਦਾ ਮੇਲਾ ਸੀ, ਉੱਥੋਂ ਪੜਾ ਲੈ ਕੇ ਪੱਟੀ ਆਏ। ਇਹ ਸੱਚੇ ਬਚਨ ਨੇ, ਕਿਉਂਕਿ ਮਹਾਂਪੁਰਖ ਜੋ ਚਾਹੁਣ ਉਹ ਕਰ ਸਕਦੇ ਨੇ। ਪੱਟੀ ਛਾਉਣੀ ਪੜਾ ਲੱਗਾ, ਤੜਕੇ ਇਸ਼ਨਾਨ ਕਰਕੇ ਨਿਤਨੇਮ ਕਰ ਲਿਆ, ਸੁਣ ਲਿਆ ਤੇ ਜਦੋਂ 5 ਵਜੇ ਨਾ ਅੰਧੇਰਾ ਸੀ, 46 ਦਿਨ ਸੀ, ਕਹਿਣ ਲੱਗੇ ਸਿੰਘੋ ਇੱਕ ਵਾਰ ਫਿਰ ਇਸ਼ਨਾਨ ਕਰੋ, ਸੱਚਖੰਡ ਜਾਣਾ, ਤਿਆਰੀ ਹੈ ਸਾਡੀ। ਉਸ ਵੇਲੇ ਕਹਿਣ ਲੱਗੇ ਬਾਬਾ ਸਾਹਿਬ ਜੀ ਰਸਾਲ ਸੋ ਬਾਬਾ ਜੀ, ਬਾਬਾ ਦਇਆ ਸਿੰਘ ਸਾਹਿਬ ਜੀ ਦਲ ਵਿੱਚ ਨੇ, ਉਹਨਾਂ ਤੋਂ ਬਿਨਾਂ ਕਿਸ ਤਰ੍ਹਾਂ ਇਸ਼ਨਾਨ ਤੁਹਾਡਾ ਕਰਾ ਦਈਏ ਤੇ ਸੱਚਖੰਡ ਜਾਣਾ। ਕਹਿਣ ਲੱਗੇ ਚਲੋ ਫਿਰ ਹੋਰ 2 ਮਹੀਨੇ ਸਹੀ। ਬਾਕਿਆ ਹੀ 2-3 ਮਹੀਨਿਆਂ ਬਾਅਦ ਉਹਨਾਂ ਫਿਰ ਸੱਚਖੰਡ ਜਾਣਾ ਕੀਤਾ। ਤੇ ਦੱਸ ਕੇ ਜਿਹੜੇ ਜਥੇ ਦੇ ਨਾਲ ਸਿੰਘ ਸੀ ਨਾ, ਉਸ ਟਾਈਮ ਉਹ ਸਾਰੇ ਜਾਣਦੇ ਨੇ ਕਿ ਬਾਬਾ ਜੀ ਨਾਲ ਸੰਤ ਕਰਤਾਰ ਸਿੰਘ ਜੀ ਦੇ ਕੀ ਬਚਨ ਹੁੰਦੇ ਰਹੇ। ਵੀਰਵਾਰ ਵੀ ਇਹ ਬਚਨ ਹੋਇਆ ਜੇ। ਬਾਬਾ ਜੀ ਗੁਰਮਤਿ ਦੀਆਂ ਗੱਲਾਂ ਕਰਦੇ ਸੁਣਦੇ ਰਹੇ। ਸੰਤ ਕਰਤਾਰ ਸਿੰਘ ਜੀ, ਬਾਬਾ ਦਇਆ ਸਿੰਘ ਸਾਹਿਬ ਜੀ, ਅੰਮ੍ਰਿਤਸਰ ਵਾਲੇ ਮਹਾਂਪੁਰਖ ਹੋਰ ਵੀ ਸਿੰਘ ਸਜੇ ਰਹੇ। ਮੁੜ ਕੇ ਉਹਨਾਂ ਦੀ ਕੁਝ ਅੱਖ ਲੱਗ ਗਈ, ਸੌਂ ਗਏ। ਸੌਣਾ ਕੀ ਸੀ, ਸਮਾਧੀ ਵਿੱਚ ਜੁੜ ਗਏ। ਜਦੋਂ ਨੇਤਰ ਖੋਲੇ, ਕਹਿੰਦੇ ਕੀ ਟਾਈਮ ਹੈ? ਕਹਿੰਦੇ ਜੀ 5 ਵੱਜ ਗਏ। ਕਹਿੰਦੇ ਚਲੋ ਕੱਲ ਸਹੀ। ਫਿਰ 4 ਵਜੇ ਸ਼ੁੱਕਰਵਾਰ ਸਰੀਰ ਤਿਆਗਣ ਤੋਂ ਪਹਿਲਾਂ ਮਹਾਂਪੁਰਖਾਂ ਨੇ ਕੀ ਆਖਿਆ? ਆਪਣੇ ਗਾਤਰੇ ਦਾ ਖਜ਼ਾਨਾ, ਅਸੀਂ ਕਹਿੰਦੇ ਆ ਜਿਹੜਾ ਝੋਲਾ, ਆਮ ਕਹਿੰਦੇ ਨੂੰ ਖਜ਼ਾਨਾ, ਇਹ ਬਾਬਾ ਸਾਧ ਜੀ ਦੇ ਗੱਲ ਹੁੰਦਾ ਸੀ। ਇਹ 'ਚ ਮਾਇਆ ਹੁੰਦੀ ਹੈ ਨਾ, ਜਿਹੜੀ ਵਰਤਦੇ ਆ ਲੰਗਰ ਪਾਣੀ ਵਾਸਤੇ। ਕਹਿੰਦੇ ਸਾਧ ਜੀ ਇਹ ਖਜ਼ਾਨਾ ਬਾਬਾ ਦਇਆ ਸਿੰਘ ਨੂੰ ਦਿਓ ਤੇ ਕਹੋ ਖੁੱਲੇ ਗੱਫੇ ਵਰਤਾਇਓ, ਕੋਈ ਕਮੀ ਨਹੀਂ ਆਉਣੀ। ਉਹ ਛੋਟੇ ਸੀ, ਉਹ ਸੁਣ ਕੇ ਘਾਬਰ ਗਏ, ਪਰ ਪਿਆਰ ਬੜਾ ਸੀ, ਬੱਚਿਆਂ ਦੀ ਤਰ੍ਹਾਂ ਰੱਖਿਆ। ਆਪ ਬਾਬਾ ਜੀ ਬਾਬਾ ਸਾਹਿਬ ਦੇ
ਪੈਰ ਧੋਂਦੇ ਸੀ ਜਦੋਂ ਸਿਆਲ ਵਿੱਚ ਫੁੱਟ ਜਾਂਦੇ ਸੀ। ਇੰਨਾ ਸਿੰਘਾਂ ਨਾਲ ਪਿਆਰ ਸੀ ਮਹਾਂਪੁਰਖਾਂ ਦਾ। ਉਹਨੇ ਆਖਣਾ ਬਾਬਾ ਜੀ ਨਾਮ ਨਾ ਕਿ ਚੁੱਪ ਕਰਕੇ ਖਲੋ ਜਾ। ਸਿੱਖਾਂ ਨਾਲ ਬਹੁਤ ਪਿਆਰ, ਸਿੰਘਾਂ ਨਾਲ ਬਹੁਤ ਪਿਆਰ ਕਰਦੇ ਸੀ। ਸਾਧ ਜੀ ਜਾ ਕੇ ਬਾਬਾ ਦਇਆ ਸਿੰਘ ਸਾਹਿਬ ਕੋਲ ਵਿਰਾਗ ਜਾ ਕੇ ਕਹਿੰਦੇ ਬਾਬਾ ਜੀ ਆ ਆਂਦੇ ਆ। ਬਾਬਾ ਜੀ ਨੇ ਗਲਵਕੜੀ 'ਚ ਲਿਆ, ਕਿਹਾ ਕੋਈ ਨਹੀਂ ਸਾਧ ਜੀ, ਇਹ ਪਰਮੇਸ਼ਰ ਦਾ ਹੁਕਮ ਹੈ, ਮਹਾਂਪੁਰਖਾਂ ਦਾ ਖੁਸ਼ਾ, ਆਪਾਂ ਕੁਝ ਨਹੀਂ ਕਹਿ ਸਕਦੇ, ਆਪਾਂ ਨੂੰ ਭਾਣਾ ਮੰਨਣਾ ਚਾਹੀਦਾ ਹੈ। ਸੰਤ ਕਰਤਾਰ ਸਿੰਘ ਖਾਲਸਾ ਜੀ ਵੀ ਪਹੁੰਚ ਗਏ ਸੀ, ਬੰਬਈ ਸੀ, ਸਾਰਿਆਂ ਨੂੰ ਪਤਾ ਹੈ, ਜਥਾ ਬੰਬੇ ਸੀ। ਬੱਸ ਤੋਰ ਕੇ ਜਥੇ ਦੀ ਆਪ ਜਹਾਜ਼ 'ਤੇ ਆਏ ਨੇ। ਰਾਤ ਨੂੰ ਸੰਤਾਂ ਛੁੱਟੀ ਮੰਗੀ ਹੈ, ਬਾਬਾ ਜੀ ਚਲੇ ਜਾਈਏ, ਕਹਿੰਦੇ ਨਹੀਂ ਹੁਣ ਨਹੀਂ ਜਾਣਾ, ਹੁਣ ਤੁਸੀਂ ਇੱਥੇ ਰਹੋ। ਸੰਤ ਕਰਤਾਰ ਸਿੰਘ ਦੇ 7 ਬਚਨ ਜੀ। ਫਿਰ ਤੜਕੇ ਮਹਾਂਪੁਰਖਾਂ ਨੇ ਸਾਰੇ ਬਚਨ ਕੀਤੇ। ਬਾਬਾ ਜੀ ਨੂੰ ਐਂ ਕਰਕੇ ਹੱਥ ਕਰਕੇ ਆਖਿਆ ਵੀ ਐਂ ਹੱਥ ਰੱਖਿਓ, ਖੁੱਲ੍ਹਾ ਵਰਤਾਇਓ, ਕਮੀ ਨਹੀਂ ਆਉਣੀ। ਉੱਥੇ ਗੁਰਦੀਪ ਸਿੰਘ ਦਰਜੀ ਆ, ਪਾਠੀ ਸਿੰਘ ਵੀ ਆ ਬੜਾ, ਉਹਨੇ ਕਿਤੇ ਬਾਬਾ ਜੀ ਦੇ ਕੋਟ ਸੀਤਾ ਸੀ ਵੀ ਬਾਬਾ ਜੀ ਨੂੰ ਪਣਾਉਂਗਾ। ਜਦੋਂ ਅੰਮ੍ਰਿਤ ਵੇਲੇ ਉਹਨੂੰ ਪਤਾ ਲੱਗਾ ਬਾਬਾ ਜੀ ਸੱਚਖੰਡ ਤਿਆਰੀ, ਉਹ ਕੋਟ ਲੈ ਕੇ ਆ ਗਿਆ। ਬਾਬਾ ਜੀ ਨੇਤਰ ਬੰਦ ਸੀ, ਉਹਨੇ ਪੈਂਦ ਵੱਲ ਰੱਖ ਦਿੱਤਾ, ਚਰਨਾਂ ਵੱਲ। ਬਾਬਾ ਦਇਆ ਸਿੰਘ ਜੀ ਚੁੱਕ ਕੇ ਪਰਾਂ ਰੱਖ ਦਿੱਤਾ। ਜੋ ਬਾਬਾ ਜੀ ਨੇਤਰ ਖੁੱਲ੍ਹੇ, ਦਰਜੀ ਨੂੰ ਵੇਖ ਕੇ ਕਹਿੰਦੇ ਸਾਡਾ ਲਿਆਇਆ ਕੋਟ। ਉਹ ਕੰਬਲ ਦਾ ਸੀਤਾ ਸੀ। ਕਹਿੰਦੇ ਹਾਂ, ਕਹਿੰਦੇ ਲਿਆਓ ਫਿਰ ਪਾਈਏ। ਬਾਬਾ ਜੀ ਉੱਠ ਕੇ ਬਹਿ ਗਏ ਤੇ ਐਂ ਤੜੀਨ ਦੇ ਕੇ ਨਾ ਬਾਂਹ ਨੂੰ ਜਿਸ ਤਰ੍ਹਾਂ ਪਾਈਦਾ ਐਂ ਪਾਇਆ। ਜੇ ਡਾਕਟਰ ਆਏ ਤਾਂ ਉਹਨਾਂ ਨਬਜ਼ਾਂ ਵੇਖੀਆਂ ਤਾਂ ਉਹਨਾਂ ਕਹਿ ਦਿੱਤਾ ਵੀ ਸਾਡੇ ਹਿਸਾਬ ਨਾਲ ਤੇ ਸਰੀਰ 'ਚ ਕੁਛ ਨਹੀਂ, ਆਪਣੀ ਕਲਾ ਦੇ ਨਾਲ ਹੀ ਬਚਨ ਕਰੀ ਜਾ ਰਹੇ ਨੇ। ਨਬਜ਼ ਨਹੀਂ ਲੱਭੀ ਡਾਕਟਰਾਂ ਨੂੰ। ਸੰਤ ਕਰਤਾਰ ਸਿੰਘ ਜੀ ਨੇ ਇੱਥੇ ਨਿਤਨੇਮ ਕੀਤਾ ਤੇ ਵੱਡਾ ਗੁਰਦੁਆਰਾ ਸੀ ਆਨੇ 6ਵੇਂ ਪਾਤਸ਼ਾਹ ਦੇ। ਅਰਦਾਸ ਕਰਕੇ ਸੰਤ ਆਏ, ਆ ਕੇ ਕਹਿਣ ਲੱਗੇ ਵੀ ਬਾਬਾ ਜੀ ਬੜੀ ਵੱਡੀ ਹਸਤੀ ਨੇ। ਇਹ ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਮੁਖ ਤੋਂ ਬਚਨ ਨਿਕਲੇ, ਬਹੁਤ ਵੱਡੀ ਹਸਤੀ ਨੇ। ਉਹਨੇ ਚਿਰ ਨੂੰ ਸੱਚਖੰਡ ਦੀ ਤਿਆਰੀ ਹੋਈ ਤੇ ਬਾਬਾ ਜੀ ਕਹਿੰਦੇ ਰਸਾਲ ਸਿੰਘ ਕਿੱਥੇ ਆ? ਕਿ ਆਵੇ ਜੀ, ਆ ਘੋੜਿਆਂ ਦਾ ਮਸਾਲਾ ਲਿਖ। ਸੰਤਾਂ ਨੇ ਦੁਸਹਿਰੇ ਦੇ ਕਥਾ ਵਿੱਚ ਇਹ ਬਚਨ ਕਹੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਵੀ ਅਸੀਂ ਸੋਚਿਆ ਘੋੜਿਆਂ 'ਚ ਰਹੇ ਨੇ ਸਾਰੀ ਉਮਰ ਤੇ ਸ਼ਾਇਦ ਘੋੜਿਆਂ 'ਚ ਧਿਆਨ ਚਲੇ ਗਿਆ, ਪਰ ਹੋਇਆ ਕੀ, ਸਵਾਰੀ ਵਾਲਾ ਘੋੜਾ ਟਕਸਾਲ ਵੱਲੋਂ ਹੁੰਦਾ ਸੀ। ਉਦੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਘੋੜਾ ਚੜ੍ਹਾ ਕੇ ਆਏ ਸੀ, ਉਹਦੀ ਢਿੱਡ ਪੀੜ ਹੋਣ ਲੱਗ ਪਈ ਤੇ ਹੋਰ ਵੀ ਘੋੜੇ ਜਿਹੜੇ ਸੀ ਨਾ ਉਹਨਾਂ ਦੇ ਵੀ ਹੋਣ ਲੱਗ ਪਈ। ਬਾਬਾ ਜੀ ਮਸਾਲਾ ਲਿਖਾਉਣ ਲੱਗ ਪਏ। ਇੰਨੇ ਚਿਰ ਨੂੰ ਤਾਰ ਆ ਗਈ ਮਹਿਤੇ, ਉੱਥੋਂ ਸਿੰਘ ਆ ਗਿਆ, ਕਹਿੰਦਾ ਬਾਬਾ ਜੀ ਇਸ ਤਰ੍ਹਾਂ ਹਜ਼ੂਰ ਸਾਹਿਬੋਂ ਤਾਰ ਆਈ, ਘੋੜਿਆਂ ਦੀ ਢਿੱਡ ਪੀੜ ਬੜੀ ਹੋ ਰਹੀ ਹੈ। ਸੰਤ ਹੱਥ ਜੋੜ ਕੇ ਕਹਿੰਦੇ ਧੰਨ ਬਾਬਾ ਬਿਧੀ ਚੰਦ ਸਾਹਿਬ, ਧੰਨ ਬਾਬਾ ਬਿਧੀ ਚੰਦ ਸਾਹਿਬ। ਕਹਿੰਦੇ ਅਸੀਂ ਪਹਿਲਾਂ ਸੋਚਿਆ ਸੀ ਘੋੜਿਆਂ ਧਿਆਨ ਚਲੇ ਗਿਆ, ਪਰ ਸਾਨੂੰ ਪਤਾ ਲੱਗਾ ਕਿ ਸੱਚ ਹੈ, ਉਹ ਸਭ ਕੁਝ ਜਾਣਦੇ ਨੇ। ਫਿਰ ਸੰਤਾਂ ਨੇ ਆਖਿਆ ਜੀ ਅੰਤਮ ਸਿੱਖਿਆ, ਸੰਤ ਕਰਤਾਰ ਸਿੰਘ ਪਿਤਾ ਜੀ ਕੋਈ ਅੰਤਮ ਸਿੱਖਿਆ ਦੇ ਜਾਓ। ਉਹਨਾਂ ਨੇ ਇੱਕ ਹੀ ਬਚਨ ਕੀਤਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹ ਬਚਨ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਕਹੇ ਤੇ ਕਹਿਣ ਲੱਗੇ ਲੰਮੇ ਪਾ ਦਿਓ। ਜਿਸ ਵੇਲੇ ਲਟਾਇਆ ਤੇ ਸਰੀਰ ਛੱਡ ਦਿੱਤਾ ਤੇ ਸ਼ਬਦ ਪੜ੍ਹਿਆ ਬਾਬਾ ਨੂੰ ਉੱਚੀ ਸੁਰ ਦੇ ਨਾਲ, ਥਿਰ ਘਰ ਬੈਸੋ ਹਰਜਨ ਪਿਆਰੇ। ਸੰਤ ਕਰਤਾਰ ਸਿੰਘ ਜੀ ਉੱਚੀ ਆਵਾਜ਼ ਨਾਲ ਪੜ੍ਹਨ ਲੱਗ ਪਏ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਜੋਤ ਵਿੱਚ ਜੋਤ ਸਮਾ ਗਈ। ਫਤਿਹ ਬੁਲਾ ਕੇ ਸਰੀਰ ਛੱਡਿਆ। ਟਕਸਾਲ ਦੇ ਨਾਲ ਬਾਬਾ ਬਿਧੀ ਚੰਦ ਸਾਹਿਬ ਸੰਪਰਦਾ ਦਾ ਸੰਤ ਗੁਰਬਚਨ ਸਿੰਘ ਜੀ ਖਾਲਸਾ ਤੋਂ ਲੈ ਕੇ ਅਥਾਹ ਪਿਆਰ ਰਿਹਾ ਹੈ। ਔਰ ਇਹਨਾਂ ਮਹਾਂਪੁਰਖਾਂ ਨੇ ਆਪਣੇ ਹੱਥੀਂ ਸਾਰੀ ਅੰਤਮ ਜੋ ਮਰਿਆਦਾ ਸੀ ਉਹ ਕਰਾਈ ਕੀਤੀ। ਫਿਰ ਸਾਧ ਜੀ ਨੂੰ ਕਹਿਣ ਲੱਗੇ ਬਾਬੇ ਨੂੰ ਕਹੀਏ ਵੀ ਕੋਤਰੀ ਕਰੀਏ। ਜੋ ਕਿਹਾ ਬਾਬੇ ਕਹਿੰਦੇ ਕਰੀਏ। ਸੰਤ ਕਹਿੰਦੇ ਕੁਝ ਪਾਠੀ ਤੁਸੀਂ ਤਿਆਰ ਕਰੋ, ਜਥੇ ਦੇ ਲਾਉਣੇ ਆ, ਤੇ ਦਾਸ ਨੂੰ ਵੀ ਚੰਗੀ ਸੰਭਾਲ ਹੈ। ਪਤਾ ਹੈ 75 ਦੀ ਗੱਲ ਹੈ, ਉਦੋਂ ਮੈਂ 17-18 ਸਾਲਾਂ ਦਾ ਹੋਵਾਂਗਾ। ਜਿੱਦਣ 6 ਦਿਨਾਂ ਵਿੱਚ ਕੋਤਰੀ ਕੀਤੀ ਹੈ, ਕਿਉਂਕਿ ਅੰਗੀਠਾ ਸਾਂਭਿਆ। ਚੌਥੇ ਦਿਨ ਤੇ ਫਿਰ ਪਾਠ ਆਰੰਭ ਹੋਏ ਸੀ। 2 ਵਾਰਾਂ ਕੀਤੇ ਹੈ, ਇੱਕ ਮਾਤੇ ਇੱਕ ਆਰੰਭ ਤੇ ਇੱਕ ਮਾਤੇ। ਤੀਸਰੀ ਵਾਰਾਂ 51 ਪਾਠ ਆਰੰਭ ਕਰਕੇ ਕੋਤਰੀ ਸੰਤਾਂ ਨੇ ਕੀਤੀ ਸ੍ਰੀ ਅਖੰਡ ਪਾਠ ਸਾਹਿਬਾਂ ਦੀ। ਤੇ ਆਪ ਗੁਰਦੁਆਰਾ ਸਾਹਿਬ ਵੱਡੇ ਪੰਡਾਲ ਵਿੱਚ ਮਹਾਂਪੁਰਖਾਂ ਨੇ ਕਥਾ ਕੀਤੀ। ਉਹਨਾਂ ਮਹਾਂਪੁਰਖਾਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਉਹ ਕਹਿਣ ਤੋਂ ਬਾਹਰ ਨੇ। ਕਿੰਨੀ ਉਹਨਾਂ ਨੇ ਵਿਦਿਆ ਵੰਡੀ।
ਕਿੰਨਾ ਉਹਨਾਂ ਨੇ ਬਾਣੀ ਕੰਠ ਕਰਾਈ। ਮੈਨੂੰ ਯਾਦ ਹੈ ਕਹਿੰਦੇ ਹੁੰਦੇ ਸੀ ਜਾਪ ਸਾਹਿਬ ਕਿੰਨੇ ਦਿਨਾਂ ਸੁਣਾਵੇਂਗਾ, ਕਿਸੇ ਕਹਿਣਾ ਮਹੀਨੇ 'ਚ, ਕਹਿੰਦੇ ਮਹੀਨੇ ਸੁਣਾਏਗਾ ਫਿਰ 5 ਕਿਲੋ ਘਿਓ ਮਿਲਣਾ ਹੀ, ਹਫ਼ਤੇ ਸੁਣਾ ਦੇ ਫਿਰ ਤੈਨੂੰ ਪੀਪਾ ਘਿਓ ਦਾ ਦਿਆਂਗੇ। ਪਤਾ ਉਹਨਾਂ ਨੂੰ ਸਾਰਾ ਸੀ। ਇੱਕ ਵਾਰ ਕਬਰ ਵਾਲੇ ਪੜਾ ਲੱਗਾ, ਕਬਰ ਵਾਲਾ ਪਿੰਡ ਹੈ ਲਾਗੇ, ਹੁਣ ਸਦਰ ਵਾਲਾ ਸ਼ਾਇਦ ਇਹਨੂੰ ਕਹਿੰਦੇ। ਕਹਿੰਦੇ ਆਓ ਜਿਹਨੇ ਮਾਘੀ ਦਾ ਇਸ਼ਨਾਨ ਕਰਨ ਜਾਣਾ, ਮੇਰੇ ਵਰਗੇ ਕਛਹਿਰੇ ਪਰਨ ਲੈ ਕੇ ਭੱਜ ਕੇ ਚੜ੍ਹ ਗਏ। ਅਤੇ ਮਹਾਂਪੁਰਖਾਂ ਨੂੰ ਸਾਰਾ ਪਤਾ ਸੀ। ਕਹਿੰਦੇ ਖਲੋ ਜਾਓ ਮੈਨੂੰ ਇਸ਼ਨਾਨ ਕਰ ਲੈਣ ਦਿਓ। ਇਸ਼ਨਾਨ ਕਰ ਲਿਆ, ਕਹਿੰਦੇ ਹੁਣ ਤੁਸੀਂ ਇਸ਼ਨਾਨ ਕਰੋ। ਤੀਰ ਫੜ ਕੇ ਖਲੋ ਗਏ। ਕਹਿੰਦੇ ਜਿਹਨੂੰ ਜਾਪ ਸਾਹਿਬ ਆਉਂਦਾ ਉਹ ਸੁਣਾ ਕੇ ਬਾਹਰ ਤੁਰਿਆ, ਦੂਜਾ ਵਿੱਚ ਰਵੇ। ਪ੍ਰਗਟ ਸੋਚੀ ਮੈਂ ਹੁੰਦਾ ਇਹੋ ਜਿਹੇ ਕਹਿਣ ਲੱਗੇ ਬਾਬਾ ਜੀ ਇੱਥੇ ਜਾਪ ਸਾਹਿਬ ਇੱਥੇ ਤਾਂ ਦੰਦੋ ਡਿੱਕੇ ਵੱਜਣ ਡੇ ਆ, ਬਾਹਰ ਆ ਕੇ ਕਹਿੰਦੇ ਸਾਨੂੰ ਪਤਾ ਜਿਹਨੂੰ ਆਉਂਦਾ ਜਿਹਨੂੰ ਨਹੀਂ ਆਉਂਦਾ। ਮਤਲਬ ਬਾਣੀ ਨਾਲ ਇੰਨਾ ਪਿਆਰ ਸੀ ਉਹਨਾਂ ਦਾ ਵੀ ਗੁਰਸਿੱਖਾਂ ਨੂੰ ਬਾਣੀ ਕੰਠ ਕਰਾਉਂਦੇ ਸੀ, ਬੱਚਿਆਂ ਨੂੰ ਘਿਓ ਦੇ ਕੇ, ਲਾਲਚ ਦੇ ਕੇ ਵੀ ਇਹ ਗੁਰਬਾਣੀ ਸਿੱਖ ਜਾਣ। ਸੰਤ ਗੁਰਬਖਸ਼ ਸਿੰਘ ਖਾਲਸਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਰਤਾਰ ਸਿੰਘ ਉਮਰ ਥੋੜ੍ਹੀ ਹੈ ਪਰ ਕੰਮ ਬਹੁਤ ਵੱਡੇ ਕਰੇਗਾ। ਉਹਨਾਂ ਮਹਾਂਪੁਰਖਾਂ ਦਾ ਪਵਿੱਤਰ ਯਾਦ ਦਿਹਾੜਾ ਮਨਾ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੇ ਨਾਲ ਨਾਲ ਅਤੇ ਮਹਾਂਪੁਰਖਾਂ ਦੀਆਂ ਕਥਾ ਜਿਹੜੀਆਂ ਨੇ ਉਹ ਕੱਥ ਹੁੰਦੀਆਂ ਨੇ, ਉਹ ਕੀਤੀਆਂ ਨਹੀਂ ਜਾ ਸਕਦੀਆਂ। ਬਸ ਯਾਦਾਂ ਉਹਨਾਂ ਦੀਆਂ ਦਿਲ ਦੇ ਵਿੱਚ ਰਹਿ ਜਾਂਦੀਆਂ ਨੇ। ਜਿਨ੍ਹਾਂ ਨੇ ਵੇਖਿਆ, ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੇ ਬਚਨ ਸੁਣੇ, ਕਿਉਂਕਿ ਬੜੇ ਤਕੜੇ ਜਰਨੈਲ ਸੀ। ਜਿੱਥੇ ਡਟ ਜਾਂਦੇ ਸੀ ਉੱਥੋਂ ਉਹਨਾਂ ਨੂੰ ਕੋਈ ਲਾ ਨਹੀਂ ਸੀ ਸਕਦਾ, ਯੋਧੇ ਸੀ। ਉਹਨਾਂ ਮਹਾਂਪੁਰਖਾਂ ਦਾ ਯਾਦ ਮਨਾ ਰਹੇ ਹਾਂ ਇਕੱਤਰ ਹੋ ਕੇ। ਗੁਰੂ ਰਹਿਮਤ ਕਰੇ ਕੱਲ੍ਹ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੋਣਾ ਹੈ। ਉਹਨਾਂ ਦਾ ਬੜਾ ਸਿੱਖੀ ਨਾਲ ਪਿਆਰ ਸੀ। ਆ ਮਗਰਲੇ ਦਿਨਾਂ ਵਿੱਚ ਇੰਨਾ ਪ੍ਰਚਾਰ ਕੀਤਾ, ਗੱਡੀ 'ਚ ਹੀ ਸੌਂਦੇ ਸੀ, ਜਿਹੜਾ ਘੜੀ ਅੱਖ ਲਾ ਲਈ, ਨਹੀਂ ਤਾਂ ਬਸ ਇੱਥੋਂ ਤੁਰੇ ਅਗਲੇ ਦੀਵਾਨ 'ਤੇ, ਅਗਲੇ ਦੀਵਾਨ 'ਤੇ। ਐਮਰਜੈਂਸੀ ਇੰਦਰਾਂ ਨੇ ਲਾ ਦਿੱਤੀ, 37 ਜਲੂਸ ਕੱਢੇ। 37 ਐਮਰਜੈਂਸੀ ਤੋੜ ਕੇ ਵੀ ਵਿਖਾਈ ਆ, ਪਰ ਜੜਾਇਆ ਨਹੀਂ ਇਸ ਦੀ ਐਮਰਜੈਂਸੀ ਤੋੜ ਰਹੇ ਹਾਂ। ਸਿੱਖੀ ਦਾ ਪ੍ਰਚਾਰ ਦਾ ਇੰਨਾ। ਆਹ ਗੁਰਬਚਨਾ ਨਿਰੰਕਾਰੀ ਇੱਥੇ ਰਹਿੰਦਾ ਸੀ ਬਟਾਲੇ, DSP ਲੱਗਾ ਸੀ, ਕਹਿੰਦਾ ਮੈਂ ਨਗਰ ਕੀਰਤਨ ਨਹੀਂ ਲੰਘਣ ਦੇਣਾ। ਸੰਤਾਂ ਨੇ ਅੰਗਰੇਜ਼ੀ ਵਿੱਚ ਪ੍ਰਚਾਰ ਕੀਤਾ ਜੀ। ਉੱਥੇ 1 ਘੰਟਾ ਡਟ ਕੇ ਬੋਲੇ ਅੰਗਰੇਜ਼ੀ ਵਿੱਚ। ਉਹ ਪਾਣੀ ਪਿਆਉਣ ਲੱਗ ਪਿਆ, ਇੰਨੀ ਉਹਨਾਂ ਦੀ ਬਚਨ ਵਿੱਚ ਸ਼ਕਤੀ ਸੀ, ਇੰਨੀ ਖਿੱਚ ਸੀ ਕਿ ਸਾਰੇ ਉਹਨਾਂ ਦੇ ਬਚਨਾਂ ਦੇ ਕਾਇਲ ਹੋ ਜਾਂਦੇ ਸੀ। ਜਿਨ੍ਹਾਂ ਨੇ ਬਹੁਤ ਵਿਦਿਆਰਥੀਆਂ ਨੂੰ ਪੜ੍ਹਾਇਆ, ਅੱਜ ਦੇਸ਼ਾਂ ਪ੍ਰਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ। ਉਹਨਾਂ ਮਹਾਂਪੁਰਖਾਂ ਨੂੰ ਭਾਈ ਕੋਟਾਨ ਕੋਟ ਮੇਰਾ ਨਮਸਕਾਰ ਹੈ, ਕਿਉਂਕਿ ਐਸੀਆਂ ਰੂਹਾਂ ਸਦਾ ਨਹੀਂ ਆਉਂਦੀਆਂ। ਦੁਨੀਆ ਦਾ ਉਧਾਰ ਕਰਨ ਵਾਸਤੇ ਆਉਂਦੇ ਨੇ, ਭਲਾ ਕਰਨ ਵਾਸਤੇ ਆਉਂਦੇ ਨੇ, ਕਰਕੇ ਸਵੈ ਸਰੂਪ ਵਿੱਚ ਲੈ ਹੋ ਜਾਂਦੇ ਨੇ। ਬਸ ਇੰਨੀ ਵਿਚਾਰ ਹੀ ਪ੍ਰਵਾਨ ਕਰਨੀ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ। ਅਸੀਂ ਜਿਨ੍ਹਾਂ ਦਾ ਦਿਨ ਮਨਾ ਰਹੇ ਹਾਂ ਉਹਨਾਂ ਦੇ ਬਚਨ ਵੀ ਮੰਨੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਬਾਣੀ ਬਾਣੇ ਵਿੱਚ ਪਰਪੱਕ ਹੋਈਏ, ਆਪਣਾ ਜੀਵਨ ਸਫਲ ਕਰਕੇ ਦੁਨੀਆ ਤੋਂ ਜਾਈਏ, ਜਿਸ ਕਰਕੇ ਸਾਡੇ ਲੋਕ ਸੁਖੀ ਪਰਲੋਕ ਸੀ। ਤੁਹਾਡੇ ਗੁਰਮੁਖਾਂ ਦੇ ਸੱਦੇ ਦੇ ਕਾਰਨ, ਪ੍ਰੇਮ ਦੇ, ਤੁਹਾਡੇ ਪ੍ਰੇਮ ਦੇ ਕਾਰਨ ਇੰਡੀਆ ਤੋਂ ਚੱਲ ਕੇ ਆਏ ਨੇ, ਉਹ ਵੀ ਸਟੇਜ 'ਤੇ ਸਜੇ ਨੇ। ਉਹਨਾਂ ਵੱਲੋਂ ਦਾਸ ਆਪਣੇ ਵੱਲੋਂ ਹਾਜ਼ਰੀ ਲਵਾਵੇਗਾ। ਕੋਈ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।